उमेश सर। हेलो। हाँ जी उमेश सर, गुड मॉर्निंग जी। गुड मॉर्निंग सर। और सर बढ़िया जी। बढ़िया सर, आवाज क्लियर है जी ਤੁਹਾਨੂੰ? हाँ जी सर, बिल्कुल क्लियर है। स्क्रीन देख लो शेयर करके प्लीज। ठीक है, मैं स्क्रीन शेयर कर रहा हूँ। ठीक है सर। जी सर, बिल्कुल सही है सर। मैं एंटर दे दूँ जी? करा दो एंटर ਤੁਸੀਂ। ठीक है जी। पूरी तरह एंटर ਦੀ ਕੋਸ਼ਿਸ਼ कर रहे हैं। जूम में जाके भरी ये वाला लिंक कॉपी करके हो गया। ठीक है। हाँ जी। हेलो। तूने सिर्फ आवाज चेक करनी है, ठीक है ना? करिए शुरू सर। हाँ जी, कर लो, स्टार्ट कर लो। आवाज करो ठीक है, देख लो। करो प्लीज करो। आवाज क्लियर है सर तुम्हें? जी सर, बिल्कुल क्लियर है। गुड मॉर्निंग टू ऑल। ਮੇਰਾ ਨਾਮ ਉਮੇਸ਼ ਕੁਮਾਰ ਗੇਰਾ। ਮੈਂ ਆਈਟੀਆਈ ਵੂਮਨ ਪਟਿਆਲਾ ਦੇ ਵਿੱਚ ਬਤੌਰ ਕੰਪਿਊਟਰ ਇੰਸਟ੍ਰਕਟਰ ਆਪਣੀਆਂ ਸੇਵਾਵਾਂ ਦੇ ਰਿਹਾ ਹਾਂ। ਮੇਰਾ ਜੋ ਅੱਜ ਦਾ ਟੌਪਿਕ ਹੈਗਾ ਉਹ ਓਕੂਪੇਸ਼ਨਲ ਹਜ਼ਾਰਡਸ ਹੈ, ਮਾਨੇ ਕਿ ਵਿਵਸਾਇਕ ਖਤਰੇ ਕਿਆ ਨੇ। ਇਹ ਇੱਕ ਬਾਹਰਲਾ ਦ੍ਰਿਸ਼ ਤੁਹਾਨੂੰ ਆਈਟੀਆਈ ਵੂਮਨ ਪਟਿਆਲਾ ਦਾ ਛੋਟੀ ਬਾਰਾਦਰੀ ਦੇ ਵਿੱਚ ਇਹ ਸਥਿਤ ਹੈ। ਇੱਥੇ ਕਿਹੜੇ ਕਿਹੜੇ ਕੋਰਸਿਸ ਚਲਾਏ ਜਾਂਦੇ ਨੇ, ਉਹਨਾਂ ਵਿੱਚ ਸਭ ਤੋਂ ਪਹਿਲਾਂ ਸਿਵਿੰਗ ਟੈਕਨੋਲੋਜੀ ਹੈ, ਟੀਚਰ ਟ੍ਰੇਨਿੰਗ, ਪੰਜਾਬੀ ਸਟੈਨੋਗ੍ਰਾਫੀ, ਕੋਪਾ, ਆਈਸੀਟੀ ਐਸਐਮ, ਸਰਫੇਸ ornament, ਬੇਸਿਕ ਕੋਸਮੈਟੋਲੋਜੀ ਤੇ ਫੈਸ਼ਨ ਡਿਜ਼ਾਈਨਿੰਗ ਐਂਡ ਟੈਕਨੋਲੋਜੀ ਦੇ ਇਹ ਕੋਰਸਿਸ ਚਲਾਏ ਜਾਂਦੇ ਨੇ। ਮੇਰਾ ਜੋ ਅੱਜ ਦਾ ਜੋ ਟੌਪਿਕ ਹੈਗਾ ਵਿਵਸਾਇਕ ਖਤਰੇ ਜਿਹੜੇ ਨੇ, ਓਕੂਪੇਸ਼ਨਲ ਹਜ਼ਾਰਡਸ ਜਿਹੜੇ ਨੇ ਉਹ ਕਿਹੜੇ ਨੇ, ਉਸ ਦੇ ਉੱਤੇ ਮੈਂ ਤੁਹਾਨੂੰ ਅੱਜ ਸਾਰਾ ਪੜ੍ਹਾਉਣਾ ਹੈਗਾ, ਦੱਸਣਾ ਹੈਗਾ। ਸਾਡੇ ਕੋਲ 5 ਤਰ੍ਹਾਂ ਦੇ ਵਿਵਸਾਇਕ ਖਤਰੇ ਹੁੰਦੇ ਨੇ ਵੀ ਜਿੱਥੋਂ ਅਸੀਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਹੈ ਤਾਂ ਕਿ ਅਸੀਂ ਠੀਕ ਤਰੀਕੇ ਨਾਲ ਆਪਣੀ ਸਿਹਤ ਦਾ ਧਿਆਨ ਰੱਖ ਸਕੀਏ ਔਰ ਕੰਮ ਕਰ ਸਕੀਏ। ਕਿਸੇ ਵੀ ਇੰਡਸਟਰੀ ਦੇ ਅੰਦਰ ਕੋਈ ਵੀ ਇੰਡਸਟਰੀਅਲਿਸਟ ਕੰਮ ਲੈਂਦੇ ਨੇ ਤਾਂ ਉਹਨਾਂ ਦਾ ਵੀ ਇਹ ਨੈਤਿਕ ਫਰਜ਼ ਬਣਦਾ ਹੈ ਕਿ ਉਹ ਵਰਕਰਸ ਦਾ ਜਾਂ ਜਿਹੜਾ ਉੱਥੇ ਸਟਾਫ ਕੰਮ ਕਰ ਰਿਹਾ ਹੈਗਾ ਉਸ ਦਾ ਉਹ ਪੂਰਾ ਧਿਆਨ ਰੱਖਣ। ਇਹਨਾਂ ਹਜ਼ਾਰਡਸ ਨੂੰ, ਇਹਨਾਂ ਖਤਰਿਆਂ ਨੂੰ ਅਸੀਂ ਮੋٹے ਤੌਰ ਤੇ 5 ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਸਭ ਤੋਂ ਪਹਿਲੇ ਹੈਗੇ ਆ ਜਿਹੜੇ ਸਾਡੇ ਉਹ ਫਿਜ਼ੀਕਲ ਹਜ਼ਾਰਡਸ ਹੈ। ਫਿਜ਼ੀਕਲ ਤੋਂ ਮਤਲਬ ਸਰੀਰਿਕ, ਬਾਇਓਲੋਜੀਕਲ ਜੀਵ ਵਿਗਿਆਨਿਕ ਹੋ ਗਏ, ਸਾਈਕੋਲੋਜੀਕਲ ਜਿਹੜੇ ਸਾਡੇ ਮਨੋਵਿਗਿਆਨਿਕ ਹੈ, ਕੈਮੀਕਲ ਜਿਹੜੇ ਕਿ ਰਸਾਇਣਿਕ ਅਸਰ ਕਰਦੇ ਨੇ, ਔਰ ਈਰੋਗੋਨੋਮਿਕ ਮਾਨੇ ਕਿ ਜਿਹੜੇ ਸਾਡੇ ਉੱਠਣ ਬੈਠਣ ਦੇ ਜਿਹੜੇ ਸਾਡੇ ਤਰੀਕੇ ਹੈ, ਵੇਜ਼ ਹੈ, ਉਹਨਾਂ ਦੇ ਉੱਪਰ ਡਿਪੈਂਡ ਕਰਦੇ ਆ। ਇਹ 5 ਤਰੀਕੇ ਦੇ ਹਜ਼ਾਰਡਸ ਹੈ। ਇਹਨਾਂ 5 ਦੀ ਤੁਹਾਨੂੰ ਮੈਂ ਡਿਟੇਲ ਦੇ ਵਿੱਚ ਜਿਹੜਾ ਹੈ ਅਸੀਂ ਕਲਾਸੀਫਿਕੇਸ਼ਨ ਕਰਾਂਗੇ। ਇਹ ਇੱਕ ਅਗਲਾ ਚਿੱਤਰ ਹੈਗਾ ਤੁਹਾਡੇ ਸਾਹਮਣੇ ਜਿਹਦੇ ਵਿੱਚ ਕਿ ਇਹਨਾਂ 5 ਨੂੰ ਅੱਗੇ ਡਿਵਾਈਡੇਸ਼ਨ ਕੀਤੀ ਹੋਈ ਹੈ। ਜਿਵੇਂ ਹੁਣ ਫਿਜ਼ੀਕਲ ਦਾ ਹੈਗਾ, ਫਿਜ਼ੀਕਲ ਦੇ ਵਿੱਚ ਅਸੀਂ ਨੋਇਸ, ਵਾਈਬ੍ਰੇਸ਼ਨ, ਰੇਡੀਏਸ਼ਨ ਇਹਨਾਂ ਨੂੰ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਹੈ। ਬਾਇਓਲੋਜੀਕਲ ਨੂੰ ਅਲੱਗ, ਕੈਮੀਕਲ ਨੂੰ ਅਲੱਗ। ਤਾਂ ਇਹਨਾਂ ਨੂੰ ਕੱਲੇ-ਕੱਲੇ ਨੂੰ ਮੈਂ ਤੁਹਾਨੂੰ ਜਿਹੜਾ ਹੈ ਡਿਟੇਲ ਦੇ ਵਿੱਚ ਦੱਸਾਂਗਾ ਕਿ ਜੇ ਤੁਸੀਂ ਕੱਲ ਨੂੰ ਕਿਸੇ ਵੀ ਜਗ੍ਹਾ ਤੇ ਆਪਣੀ ਕੋਈ ਇੰਡਸਟਰੀ ਖੋਲਦੇ ਹੋ ਜਾਂ ਤੁਸੀਂ ਕੋਈ ਆਪਣਾ ਛੋਟਾ ਕੰਮ ਕਰਦੇ ਹੋ, ਛੋਟਾ ਵਪਾਰ ਕਰਦੇ ਹੋ, ਤਾਂ ਤੁਸੀਂ ਉੱਥੇ ਕਿਵੇਂ ਲੇਬਰ ਦਾ ਧਿਆਨ ਰੱਖਣਾ ਹੈਗਾ, ਕਿਵੇਂ ਵਰਕਰਸ ਦੀ ਸਿਹਤ ਦਾ ਧਿਆਨ ਰੱਖਣਾ ਹੈਗਾ। ਕਿਉਂਕਿ ਜੇ ਵਰਕਰ ਹੀ ਬਿਮਾਰ ਹੋਣਗੇ ਤਾਂ ਨੈਚੁਰਲੀ ਤੁਹਾਡੀ ਆਊਟਪੁੱਟ ਵੀ ਜਿਹੜੀ ਹੈ ਉਹ ਪੂਰੀ ਨਹੀਂ ਹੋ ਪਾਏਗੀ। ਸਭ ਤੋਂ ਪਹਿਲਾਂ ਗੱਲ ਕਰਾਂਗੇ ਅਸੀਂ ਫਿਜ਼ੀਕਲ ਹਜ਼ਾਰਡਸ ਦੀ।
ਤਾਂ ਸਿਹਤ ਨੂੰ ਲੈ ਕੇ ਫਿਜ਼ੀਕਲ ਤੋਂ ਮਤਲਬ ਆਪਣੇ ਸਰੀਰਿਕ ਜਿਹੜੇ ਖਤਰੇ ਨੇ ਉਹ ਕਿਹੜੇ ਨੇ। ਸਭ ਤੋਂ ਪਹਿਲਾਂ ਤਾਂ ਅਸੀਂ ਕਿਸੇ ਵੀ ਇੰਡਸਟਰੀ ਦੇ ਵਿੱਚ ਜਦੋਂ ਅਸੀਂ ਦਾਖਲ ਹੁੰਦੇ ਹਾਂ ਤਾਂ ਉਹਦੇ ਬਾਹਰ ਕੁਝ ਸਾਈਨ ਲਿਖੇ ਹੁੰਦੇ ਨੇ। ਅਗਰ ਉਹ ਸਾਈਨ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਉਹ ਕਈ ਵਾਰੀ ਅਸੀਂ ਡੇਂਜਰ ਦਾ ਸਾਈਨ ਫੜਦੇ ਹਾਂ। ਡੇਂਜਰ ਤੋਂ ਮਤਲਬ ਕਿ ਖਤਰਾ, ਡੇਂਜਰ ਫਾਲਿੰਗ ਆਬਜੈਕਟਸ, ਕਿ ਉੱਪਰੋਂ ਕੋਈ ਚੀਜ਼ ਨੀਚੇ ਗਿਰ ਸਕਦੀ ਹੈ। ਅਗਰ ਤੁਸੀਂ ਪਹਾੜੀ ਖੇਤਰਾਂ ਦੇ ਵਿੱਚ ਯਾਤਰਾ ਕਰਦੇ ਹੋਵੋ ਤਾਂ ਕਈ ਵਾਰੀ ਤੁਸੀਂ ਇਹੋ ਜਿਹੇ ਬੋਰਡ ਦੇਖੇ ਹੋਣਗੇ ਕਿ ਪਹਾੜ ਗਿਰ ਸਕਦਾ ਹੈ ਜਾਂ ਗਿਰਨੇ ਦੀ ਸੰਭਾਵਨਾ ਹੈ। ਤਾਂ ਆਪਾਂ ਨੇ ਉੱਥੇ ਥੋੜਾ ਜਿਹਾ ਆਪਣਾ ਧਿਆਨ ਰੱਖਣਾ ਹੈਗਾ। ਸੇਫਟੀ ਹੈਲਮਟ ਦਾ ਅਸੀਂ ਪ੍ਰਯੋਗ ਕਰਕੇ ਹੀ ਉਸੇ ਏਰੀਏ ਦੇ ਵਿੱਚ ਜਿਹੜਾ ਅਸੀਂ ਐਂਟਰ ਕਰਨਾ ਹੈਗਾ। ਹੁਣ ਫਿਜ਼ੀਕਲ ਹਜ਼ਾਰਡਸ ਕਿੱਥੇ ਯੂਜ਼ ਹੁੰਦੇ ਨੇ? ਇਹ ਯੂਜ਼ ਹੁੰਦੇ ਨੇ ਜਿਵੇਂ ਕਿ ਤੁਸੀਂ ਆਪਣੇ ਪਿਕਚਰ ਦੇਖ ਪਾ ਰਹੇ ਹੋ ਕਿ ਜਦੋਂ ਕੋਈ ਬਿਲਡਿੰਗ ਬਣਨੀ ਹੁੰਦੀ ਹੈ, ਵੱਡੀਆਂ ਵੱਡੀਆਂ ਤੁਸੀਂ ਇਮਾਰਤਾਂ ਮਲਟੀ ਸਿਟੀਜ਼ ਦੇ ਵਿੱਚ ਦੇਖ ਲਓ, ਚਾਹੇ ਮੋਹਾਲੀ, ਚੰਡੀਗੜ੍ਹ ਦੇ ਵਿੱਚ, ਪੰਚਕੂਲਾ ਦੇ ਵਿੱਚ ਤੁਸੀਂ ਦੇਖੋਗੇ, ਨਹੀਂ ਤਾਂ ਬੰਬੇ ਦੇ ਵਿੱਚ ਕਾਫੀ ਵੱਡੀਆਂ ਵੱਡੀਆਂ ਹਾਈਟਸ ਦੇ ਉੱਪਰ 17 ਮੰਜ਼ਿਲਾ 25 ਮੰਜ਼ਿਲਾ ਜਿਹੜੀਆਂ ਇਮਾਰਤਾਂ ਬਣਦੀਆਂ ਨੇ, ਉੱਥੇ ਫਿਜ਼ੀਕਲ ਹਜ਼ਾਰਡਸ ਜਿਹੜੇ ਨੇ ਪ੍ਰਯੋਗ ਦੇ ਵਿੱਚ ਆਉਂਦੇ ਨੇ। ਉੱਥੇ ਸਭ ਤੋਂ ਜ਼ਿਆਦਾ ਜਿਹੜਾ ਹੈ ਖਤਰਾ ਹੁੰਦਾ ਹੈ। ਹੁਣ ਜਿਹੜੀ ਲੇਬਰ ਹੈ ਉਹ ਉੱਪਰ ਚੜ੍ਹ ਕੇ ਪੈਡ ਜਿਹੜੀ ਹੈ ਬਣਾ ਕੇ ਉੱਪਰ ਚੜ੍ਹਦੀ ਹੈ। ਇਹ ਤੁਸੀਂ ਫੋਟੋ ਦੇ ਵਿੱਚ ਦੇਖ ਰਹੇ ਹੋ, ਜਿਹੜੀ ਇਹ ਪੈਡ ਬਣੀ ਹੋਈ ਹੈ, ਪੈਡ ਦੇ ਉੱਪਰ ਜਿਹੜਾ ਹੈ ਲੇਬਰ ਕੰਮ ਕਰ ਰਹੀ ਹੈ। ਤਾਂ ਇੱਥੇ ਇੰਜੀਨੀਅਰ ਹੋਵੇ ਚਾਹੇ ਵਰਕਰ ਹੋਵੇ, ਉਹਨਾਂ ਨੇ ਹੈਲਮਟ ਪਾ ਕੇ ਹੀ ਉੱਪਰ ਚੜ੍ਹਨਾ ਹੈ, ਉੱਪਰੋਂ ਨੀਚੇ ਉਤਰਨਾ ਹੈ। ਸਭ ਤੋਂ ਜ਼ਿਆਦਾ ਖਤਰਾ ਹੁੰਦਾ ਹੈ ਕਿ ਜੇ ਕੋਈ ਉੱਪਰੋਂ ਨੀਚੇ ਗਿਰਦਾ ਹੈਗਾ ਹਾਈ ਬਿਲਡਿੰਗ ਤੋਂ, ਸਲਿਪਸ ਐਂਡ ਟ੍ਰਿਪਸ ਵੀ, ਤੁਹਾਡਾ ਪੈਰ ਸਲਿਪ ਕਰਦਾ ਹੈ। ਕਈ ਵਾਰੀ ਫਿਸਲਣ ਹੁੰਦੀ ਹੈ, ਜਿਵੇਂ ਬਰਸਾਤਾਂ ਦੇ ਦਿਨਾਂ ਦੇ ਵਿੱਚ ਪੈਡ ਦੇ ਉੱਪਰ ਫਿਸਲਣ ਹੋ ਗਈ ਜਾਂ ਵੈਸੇ ਸਾਡੀ ਸੜਕ ਤੇ ਫਿਸਲਣ ਹੋ ਗਈ ਤਾਂ ਗਿਰਨ ਦਾ ਖਤਰਾ ਜ਼ਿਆਦਾ ਹੁੰਦਾ ਹੈ। ਕ੍ਰੇਨਸ ਤੋਂ ਜਿਹੜੀਆਂ ਆਬਜੈਕਟਸ, ਜਿਹੜੇ ਕ੍ਰੇਨਸ ਉੱਪਰੋਂ ਚੱਕ ਰਹੀਆਂ ਨੇ, ਸਮਾਨ ਨੂੰ ਨੀਚੇ ਕਰ ਰਹੀਆਂ ਨੇ, ਕੋਈ ਹੈਵੀ ਮਸ਼ੀਨਰੀ ਨੂੰ ਉੱਪਰ ਨੀਚੇ ਕਰਨਾ, ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਫਿਜ਼ੀਕਲ ਹਜ਼ਾਰਡਸ ਦੇ ਵਿੱਚ ਆਉਂਦੀਆਂ ਨੇ। ਉਸ ਤੋਂ ਬਾਅਦ ਹੈਗਾ ਸ਼ੋਰ। ਹੁਣ ਜਿਹੜਾ ਸ਼ੋਰ ਹੈਗਾ ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈਗਾ ਫਿਜ਼ੀਕਲ ਹਜ਼ਾਰਡਸ ਦਾ। ਸ਼ੋਰ ਦੇ ਨਾਲ ਕਿਆ ਹੁੰਦਾ, ਜਿੱਥੇ ਹੁਣ ਕਈ ਤਰ੍ਹਾਂ ਦੀਆਂ ਇੰਡਸਟਰੀਜ਼ ਤਾਂ ਐਸੀਆਂ ਨੇ ਜਿੱਥੇ ਹਰ ਟਾਈਮ ਮਸ਼ੀਨਾਂ ਚੱਲਦੀਆਂ ਰਹਿੰਦੀਆਂ ਨੇ। ਹੁਣ ਜਦੋਂ ਤੁਸੀਂ ਲਗਾਤਾਰਤਾ ਦੇ ਵਿੱਚ ਇੱਕ ਐਸੀ ਇੰਡਸਟਰੀ ਦੇ ਵਿੱਚ ਕੰਮ ਕਰੋਗੇ ਜਿੱਥੇ ਸ਼ੋਰ ਬਹੁਤ ਜ਼ਿਆਦਾ ਹੋਏਗਾ, ਤਾਂ ਉਸ ਦੇ ਨਾਲ ਤੁਹਾਨੂੰ ਤੁਹਾਡਾ ਹੀਅਰਿੰਗ ਲੋਸ ਹੋ ਸਕਦਾ ਹੈ। ਮਾਨੇ ਕਿ ਤੁਹਾਨੂੰ ਸੁਣਨਾ ਬੰਦ ਹੋ ਸਕਦਾ ਹੈ, ਜਾਂ ਤੁਹਾਨੂੰ ਉੱਚਾ ਸੁਣਨਾ, ਜਿਸ ਨੂੰ ਆਪਾਂ ਕਹਿ ਦਿੰਦੇ ਹਾਂ ਪੰਜਾਬੀ ਦੇ ਵਿੱਚ ਉੱਚਾ ਸੁਣਦਾ ਹੈ, ਜ਼ਿਆਦਾ ਸੁਣਦਾ ਆਪਾਂ ਕਹਿ ਦਿੰਦੇ ਹਾਂ, ਤਾਂ ਉਹ ਇਹ ਬਿਮਾਰੀਆਂ ਤੁਹਾਨੂੰ ਹੋ ਸਕਦੀਆਂ ਨੇ। ਮੈਂਟਲ ਇਰੀਬਿਲਿਟੀ ਐਂਡ ਫਟੀਗ ਹੁੰਦੀ ਹੈ ਕਿ ਤੁਹਾਨੂੰ ਮਾਨਸਿਕ ਤੌਰ ਤੇ ਇਰੀਟੇਬਿਲਿਟੀ ਹੁੰਦੀ ਹੈ ਕਿ ਤੁਹਾਡੇ ਅੰਦਰ ਪਰੇਸ਼ਾਨੀ ਪੈਦਾ ਹੋਈ ਰਹੇਗੀ, ਉਤਾਵਲਾਪਨ ਕਹਿ ਲਓ ਇਸਨੂੰ ਤੁਸੀਂ। ਤੇ ਫਟੀਗ ਹੁੰਦੇ, ਕਮਜ਼ੋਰੀ ਜਾਂ ਕੋਈ ਦੌਰਾ ਪੈਣਾ, ਇਸ ਤਰੀਕੇ ਦੀਆਂ ਵੀ ਤੁਹਾਨੂੰ ਚੀਜ਼ਾਂ ਹੋ ਸਕਦੀਆਂ ਨੇ। ਤੁਹਾਡਾ ਬਲੱਡ ਪ੍ਰੈਸ਼ਰ ਜਿਹੜਾ ਹੈ, ਨੋਇਸ ਕੈਨ ਇਨਕਰੀਜ਼ ਬਲੱਡ ਪ੍ਰੈਸ਼ਰ, ਤੁਹਾਡੇ ਬਲੱਡ ਪ੍ਰੈਸ਼ਰ ਨੂੰ ਵਧਾ ਸਕਦੀ ਹੈ। ਇਹ ਚੀਜ਼ਾਂ ਕਿੱਥੇ ਹੁੰਦੀਆਂ ਨੇ? ਜਿੱਥੇ ਦੇਖੋ ਕਾਰਪੈਂਟਰੀ ਦਾ ਜਿਹੜਾ ਕੰਮ ਹੈ, ਜਿਵੇਂ ਲੱਕੜ ਦਾ ਮਿਸਤਰੀ ਹੈ, ਆਰੇ ਦੇ ਉੱਪਰ ਜਿਹੜੇ ਕਟਿੰਗਸ ਦਾ ਕੰਮ ਚੱਲਦਾ ਰਹਿੰਦਾ ਹੈਗਾ, ਕੰਸਟਰਕਸ਼ਨ ਵਰਕਰਸ ਦਾ ਕੰਮ ਹੋ ਗਿਆ, ਕੁਐਰੀਜ਼ ਦਾ ਕੰਮ, ਕੁਐਰੀਜ਼ ਹੁੰਦੀਆਂ ਨੇ, ਜਿਵੇਂ ਤੁਸੀਂ ਫੋਨ ਆਉਂਦਾ ਤੁਹਾਨੂੰ ਵੋਡਾਫੋਨ ਤੋਂ, ਏਅਰਟੈਲ ਤੋਂ, ਤੁਹਾਨੂੰ ਕਈ ਟੈਲੀਫੋਨਿਕਲੀ ਆਉਂਦੇ ਰਹਿੰਦੇ ਨੇ, ਸਾਰਾ ਦਿਨ ਉਹ ਤੁਹਾਡੇ ਸਵਾਲਾਂ ਦੇ ਜਵਾਬ ਦੇਈ ਜਾਂਦੇ ਨੇ। ਤਾਂ ਇਹ ਵੀ ਇੱਕ ਨੋਇਸ ਪੋਲੂਸ਼ਨ ਹੁੰਦਾ ਹੈਗਾ, ਨੋਇਸ ਦਾ ਹਜ਼ਾਰਡਸ ਹੁੰਦੇ ਨੇ। ਇਹਨਾਂ ਦਾ ਜਿਹੜਾ ਹੈ ਆਪਾਂ ਨੇ ਧਿਆਨ ਰੱਖਣਾ ਹੈਗਾ। ਐਕਸਟ੍ਰੀਮ ਟੈਂਪਰੇਚਰ ਤੋਂ ਮਤਲਬ ਕਿ ਜਿੱਥੇ ਬਹੁਤ ਜ਼ਿਆਦਾ ਗਰਮ ਜਾਂ ਠੰਡਾ ਟੈਂਪਰੇਚਰ ਹੋਏਗਾ। ਹੁਣ ਇਹੋ ਜਿਹੀਆਂ ਕਈ ਇੰਡਸਟਰੀਜ਼ ਨੇ, ਜਿਵੇਂ ਹੁਣ ਜਿੱਥੇ ਸ਼ੀਸ਼ਾ ਬਣਦਾ ਹੈ, ਗਲਾਸ ਮੈਨੂਫੈਕਚਰਿੰਗ ਹੁੰਦੀ ਹੈ, ਉੱਥੇ ਹੀਟ ਜਿਹੜੀ ਹੈ ਬਹੁਤ ਜ਼ਿਆਦਾ ਹੁੰਦੀ ਹੈ। ਜਦੋਂ ਤੁਸੀਂ ਹੀਟ ਦੇ ਵਿੱਚ ਜ਼ਿਆਦਾ ਕੰਮ ਕਰੋਗੇ, ਗਰਮ ਜਗ੍ਹਾਵਾਂ ਤੇ ਕੰਮ ਕਰਦੀ ਹੈ ਵਰਕਰ ਚਾਹੇ ਸਟਾਫ ਕੰਮ ਕਰਦਾ ਹੈ, ਤਾਂ ਉਹਨਾਂ ਨੂੰ ਹੀਟ ਸਟ੍ਰੈਸ ਹੁੰਦਾ ਹੈ, ਹੀਟ ਸਟ੍ਰੋਕ ਹੁੰਦੇ ਨੇ, ਕੈਟਰੈਕਟ ਮਾਨੇ ਕਿ ਅੱਖਾਂ ਦਾ ਮੋਤੀਆ ਹੋਣ ਦੀ ਸ਼ਿਕਾਇਤ ਹੋ ਸਕਦੀ ਹੈ। ਔਰ ਠੰਡੇ ਥਾਵਾਂ ਤੇ ਕੰਮ ਕਰਨ ਵਾਲਿਆਂ ਦੇ ਹਰ ਟਾਈਮ ਹੱਥ ਪੈਰ ਜੁੜੇ ਰਹਿੰਦੇ ਨੇ, ਉਹਨਾਂ ਨੂੰ ਮਤਲਬ ਫਰੀਜ਼ਿੰਗ ਦੀ ਪ੍ਰੋਬਲਮ ਹੁੰਦੀ ਹੈ। ਜਿਹੜੇ ਕੋਲਡ ਸਟੋਰੇਜ ਦੇ ਵਿੱਚ ਲੇਬਰ ਕੰਮ ਕਰਦੀ ਹੈ, ਕੋਲਡ ਸਟੋਰੇਜ ਦੇ ਵਿੱਚ ਕੀ ਹੁੰਦਾ ਹੈ ਕਿ ਬੋਰੀਆਂ, ਜਿਵੇਂ ਹੁਣ ਅੱਜ ਕੱਲ ਆਲੂ ਦਾ ਸੀਜ਼ਨ ਹੈ ਸਪੋਜ਼ਿੰਗਲੀ, ਤਾਂ ਆਲੂ ਦੀਆਂ ਬੋਰੀਆਂ ਨੂੰ ਅੰਦਰ ਰੱਖਣਾ, ਫਿਰ ਬਾਹਰ ਕੱਢਣਾ, ਫਰੂਟ ਨੂੰ ਅੰਦਰ ਰੱਖਣਾ, ਫਿਰ ਬਾਹਰ ਕੱਢਣਾ, ਤਾਂ ਸਰਦ ਗਰਮ ਆਪਾਂ ਕਹਿ ਸਕਦੇ ਹਾਂ। ਜਿਵੇਂ ਤੁਸੀਂ ਏਸੀ ਦੇ ਵਿੱਚ ਜਾਂਦੇ ਹੋ, ਪਹਿਲੇ ਗਰਮ ਖੜੇ ਹੋ, ਫਿਰ ਇੱਕਦਮ ਤੁਸੀਂ ਏਸੀ ਵਿੱਚ ਚਲੇ ਗਏ। ਸੇਮ ਪੋਜੀਸ਼ਨ ਦੇ ਵਿੱਚ ਕੋਲਡ ਸਟੋਰੇਜ ਦੇ ਵਿੱਚ ਜਿਹੜੀ ਵਰਕਰ ਹੁੰਦੇ ਨੇ ਉਹ ਪਹਿਲਾਂ ਬਾਹਰ ਖੜੇ ਹੁੰਦੇ ਨੇ, ਫਿਰ ਉਹਨਾਂ ਨੂੰ ਕੋਲਡ ਸਟੋਰੇਜ ਦੇ ਵਿੱਚ ਅੰਦਰ ਜਾਣਾ ਪੈਂਦਾ ਹੈਗਾ, ਤਾਂ ਠੰਡਾ ਗਰਮ ਉਹਨਾਂ ਨੂੰ ਹੋ ਸਕਦਾ ਹੈ। ਇਸ ਕਰਕੇ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈਗਾ।
ਵਰਕਰਸ ਨੂੰ ਇਹਨਾਂ ਹਜ਼ਾਰਡਸ ਤੋਂ ਬਚਾਉਣਾ ਹੈਗਾ। ਉਸ ਤੋਂ ਬਾਅਦ ਹੈਗਾ ਰੇਡੀਏਸ਼ਨ। ਰੇਡੀਏਸ਼ਨ ਦਾ ਤੁਸੀਂ ਇਹ ਸਾਈਨ ਦੇਖ ਲਵੋ, ਇਹ ਪੀਲੇ ਦੇ ਉੱਪਰ ਕਾਲੇ ਰੰਗ ਦਾ ਕੁਐਸਚਨ ਜਿਹੜਾ ਲਿਖਿਆ ਹੋਇਆ ਹੈ ਰੇਡੀਏਸ਼ਨ ਏਰੀਆ ਹੈਗਾ, ਇਹ ਤੁਸੀਂ ਆਮ ਕਈ ਜਗ੍ਹਾਵਾਂ ਤੇ ਇਸ ਨੂੰ ਤੁਸੀਂ ਦੇਖ ਸਕਦੇ ਹੋ। ਜਦੋਂ ਤੁਸੀਂ ਕੋਈ ਐਕਸਰੇ ਕਰਾਉਣ ਵਾਸਤੇ ਆਪਣੀ ਬੋਡੀ ਦਾ ਜਾਓ, ਐਕਸਰੇ ਕਰਾਉਣ ਲਈ ਕਦੇ ਗਏ ਹੋਵੋ ਜਾਂ ਤੁਸੀਂ ਕਦੇ ਅਲਟਰਾਸਾਊਂਡ ਕਰਾਉਣ ਵਾਸਤੇ ਤੁਸੀਂ ਗਏ ਹੋਵੋ, ਤਾਂ ਉਹਨਾਂ ਦੇ ਰੂਮਸ ਦੇ ਬਾਹਰ ਇਹ ਰੇਡੀਏਸ਼ਨ ਦਾ ਜਿਹੜਾ ਸਾਈਨ ਲੱਗਿਆ ਹੁੰਦਾ ਹੈ। ਰੇਡੀਏਸ਼ਨ ਜਿਹੜੀਆਂ ਨੇ ਉਹ ਕਿਆ ਹੁੰਦੀਆਂ ਨੇ, ਜਿਵੇਂ ਐਕਸਰੇ, ਗਾਮਾ, ਐਲਫਾ ਐਂਡ ਬੀਟਾ ਪਾਰਟੀਕਲਸ ਹੁੰਦੇ ਨੇ। ਇਹ ਇੱਕ ਮੈਡੀਕਲ ਟਰਮੀਨੋਲੋਜੀ ਦੇ ਸ਼ਬਦ ਨੇ। ਜਦੋਂ ਤੁਸੀਂ ਆਪਣਾ ਅਲਟਰਾਸਾਊਂਡ ਜਾਂ ਤੁਸੀਂ ਐਕਸਰੇ ਕਰਾਉਣ ਵਾਸਤੇ ਆਪਣੀ ਬੋਡੀ ਦਾ ਕਿਤੇ ਕਈ ਵਾਰੀ ਆਪਣੀ ਕੋਈ ਹੱਡੀ ਦੇ ਵਿੱਚ ਜਾਂ ਕਿਸੇ ਬਾਂਹ ਦੇ ਵਿੱਚ, ਲੱਤ ਦੇ ਵਿੱਚ ਕੋਈ ਪ੍ਰੋਬਲਮ ਹੈ, ਤੁਸੀਂ ਕਰਾਉਣ ਗਏ ਹੋ, ਤਾਂ ਉੱਥੇ ਐਕਸਰੇ ਰੂਮ ਦੇ ਬਾਹਰ ਇਹ ਸਪੈਸ਼ਲ ਜਿਹੜਾ ਕੁਐਸਚਨ ਦਾ ਸਾਈਨ ਲੱਗਿਆ ਹੁੰਦਾ ਹੈ, ਕਿਉਂਕਿ ਇਹ ਜਿਹੜੀ ਰੇਡੀਏਸ਼ਨ ਹੁੰਦੀ ਹੈ ਇਸ ਨਾਲ ਤੁਹਾਨੂੰ ਕਈ ਤਰ੍ਹਾਂ ਦੇ ਖਤਰੇ ਹੋ ਸਕਦੇ ਨੇ। ਪਰ ਜਿਹੜਾ ਸਟਾਫ ਹੁੰਦਾ ਹੈ ਉਹ ਇਹਦੇ ਵਾਸਤੇ, ਇਸ ਨੂੰ ਰੋਕਣ ਵਾਸਤੇ, ਉਹ ਇੱਕ ਤਰ੍ਹਾਂ ਦੇ ਨਾਲ ਕੋਟ ਕਹਿ ਲਓ ਜਾਂ ਕਵਰ ਕੱਪੜੇ ਕਾ ਲਓ, ਐਸੇ ਪਾ ਕੇ ਜਾਂਦੇ ਨੇ ਕਿ ਜਿਸ ਨਾਲ ਉਹਨਾਂ ਨੂੰ ਰੇਡੀਏਸ਼ਨ ਦਾ ਅਸਰ ਨਹੀਂ ਹੁੰਦਾ। ਇਹਦੇ ਨਾਲ ਤੁਹਾਡੀ ਸਿਹਤ ਤੇ ਕਿਆ ਕਿਆ ਅਸਰ ਹੋ ਸਕਦੇ ਨੇ। ਇਹਦੇ ਨਾਲ ਜੇ ਤੁਸੀਂ ਰੇਡੀਏਸ਼ਨ ਦੇ ਵਿੱਚ ਹਰ ਟਾਈਮ ਰਹਿੰਦੇ ਹੋ ਤਾਂ ਤੁਹਾਨੂੰ ਕੈਂਸਰ, ਲੰਗ, ਬੋਨ, ਥਾਇਰਾਇਡ ਦਾ ਇਹ ਹੋਣ ਦੀ ਇੱਕ ਸੰਭਾਵਨਾ ਰਹਿੰਦੀ ਹੈ। ਕੰਜੀਟੀਅਲ ਐਬਨੋਰਮੈਲਿਟੀਜ਼, ਮਤਲਬ ਕਿ ਜਨਮ ਜਾਤ ਤੋਂ ਜਿਹੜੀਆਂ ਦਿੱਕਤਾਂ ਨੇ ਤੁਹਾਨੂੰ ਇਹ ਵੀ ਹੋ ਸਕਦੀਆਂ ਨੇ। ਇਸ ਤਰੀਕੇ ਦੇ ਨਾਲ ਤੁਹਾਨੂੰ ਆਪਣੇ ਵਰਕਰਸ ਦਾ ਔਰ ਸਟਾਫ ਦਾ ਇਹਨਾਂ ਚੀਜ਼ਾਂ ਤੋਂ, ਫਿਜ਼ੀਕਲ ਹਜ਼ਾਰਡਸ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਹੈ। ਇਹ ਪਹਿਲਾ ਸੀਗਾ ਸਟੈਪ। ਉਸ ਤੋਂ ਬਾਅਦ ਆਉਂਦੇ ਨੇ ਸਾਡੇ ਕੋਲ ਕੈਮੀਕਲ ਹਜ਼ਾਰਡਸ। ਕੈਮੀਕਲ ਹਜ਼ਾਰਡਸ ਹੁੰਦੇ ਨੇ ਜਿੱਥੇ ਅਸੀਂ ਉਹ ਫੈਕਟਰੀਆਂ, ਉਹ ਇੰਡਸਟਰੀਜ਼ ਜਿੱਥੇ ਕਿ ਕੈਮੀਕਲ ਦੇ ਨਾਲ ਜੁੜੇ ਹੋਏ ਚੀਜ਼ਾਂ ਬਣਾਈਆਂ ਜਾਂਦੀਆਂ ਨੇ, ਕਿਉਂਕਿ ਇਹ ਵੀ ਸਾਡੇ ਜੀਵਨ ਦਾ ਇੱਕ ਹਿੱਸਾ ਨੇ, ਇਹਨਾਂ ਦੇ ਬਗੈਰ ਅਸੀਂ ਨਹੀਂ ਕਰ ਸਕਦੇ। ਉਹਦੇ ਵਿੱਚ ਕੈਮੀਕਲ ਹਜ਼ਾਰਡਸ ਦੇ ਵਿੱਚ ਕਿਆ ਆਉਂਦਾ ਹੈਗਾ, ਜਿਵੇਂ ਸੋਲਵੈਂਟਸ ਹੈ, ਤਰਲ ਪਦਾਰਥ ਹੋ ਗਏ, ਡਸਟ ਹੋ ਗਈ, ਡਸਟ ਦੇ ਵਿੱਚ ਸੈਂਡ ਹੋ ਗਈ, ਮਤਲਬ ਕਿ ਰੇਤਾ, ਬਜਰੀ, ਜਿਹੜੇ ਸਾਡੇ ਮਕਾਨ ਬਣਾਉਣ ਦੇ ਕੰਮ ਆਉਂਦੀਆਂ ਨੇ, ਕੋਟਨ ਇੰਡਸਟਰੀ ਹੋ ਗਈ, ਪੇਂਟਸ ਹੋ ਗਏ ਜਿਹੜੇ ਆਪਾਂ ਆਪਣੇ ਘਰਾਂ ਨੂੰ ਪੇਂਟ ਕਰਦੇ ਹਾਂ, ਫਾਰਮਾਸਿਊਟੀਕਲ ਜਿੱਥੇ ਦਵਾਈਆਂ ਬਣਦੀਆਂ ਨੇ, ਪੈਸਟੀਸਾਈਡਸ ਜਿੱਥੇ ਕਿ ਕੀੜੇ ਮਾਰ ਦਵਾਈਆਂ ਫਸਲਾਂ ਦੇ ਉੱਤੇ ਜਿਹੜਾ ਛਿੜਕਾਓ ਹੈ, ਮੈਟਲ ਫਿਊਮਸ ਜਿੱਥੇ ਮੈਟਲ ਦਾ ਕੰਮ ਹੁੰਦਾ, ਵੈਲਡਿੰਗ ਦਾ ਕੰਮ ਹੋ ਗਿਆ, ਐਸਿਡਸ ਹੋ ਗਏ ਐਂਡ ਐਲਕਲੀ। ਇਹ ਅਲੱਗ-ਅਲੱਗ ਤਰ੍ਹਾਂ ਦੀ ਇੰਡਸਟਰੀਜ਼ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਕੈਮੀਕਲ ਹਜ਼ਾਰਡਸ ਜਿਹੜੇ ਨੇ ਹੁੰਦੇ ਨੇ। ਇਹ ਹੁਣ ਅਸੀਂ ਦੇਖਣਾ ਹੈ ਕਿ ਸਾਡਾ ਕਿਸ ਫੈਕਟਰੀ ਦੇ ਵਿੱਚ, ਕਿਸ ਇੰਡਸਟਰੀ ਦੇ ਵਿੱਚ ਸਾਡਾ ਕੰਮ ਹੈ, ਚਾਹੇ ਅਸੀਂ ਐਜ਼ ਉੱਥੇ ਵਰਕਰ, ਚਾਹੇ ਅਸੀਂ ਐਜ਼ ਉੱਥੇ ਸੁਪਰਵਾਈਜ਼ਰ ਕੰਮ ਕਰ ਰਹੇ ਹਾਂ, ਅਸੀਂ ਆਪਣੇ ਆਪ ਨੂੰ ਕਿਵੇਂ ਬਚਾਉਣਾ ਹੈ, ਆਪਣੇ ਵਰਕਰਸ ਨੂੰ ਕਿਵੇਂ ਬਚਾਉਣਾ ਹੈਗਾ। ਸਭ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਹਾਂ ਇੱਥੇ ਦੇਖੋ ਪੇਂਟ ਦੀ। ਪੇਂਟ ਇੱਕ ਐਸੀ ਚੀਜ਼ ਹੈ, ਚਾਹੇ ਆਪਣਾ ਘਰ ਹੋਵੇ, ਦੁਕਾਨ ਹੋਵੇ, ਚਾਹੇ ਇੰਡਸਟਰੀ ਹੋਵੇ, ਹਰ ਜਗ੍ਹਾ ਦੇ ਉੱਤੇ ਅਸੀਂ ਇਸ ਦਾ ਪ੍ਰਯੋਗ ਕਰਦੇ ਹਾਂ। ਪੇਂਟ ਜਿਹੜਾ ਬਣਦਾ ਹੈ ਉਹ ਬਣਦਾ ਹੈ ਪੈਟਰੋਲੀਅਮ ਸੋਲਵੈਂਟਸ ਤੋਂ, ਯਾਨੀ ਕਿ ਇਸ ਦੇ ਅੰਦਰ ਪੈਟਰੋਲੀਅਮ ਪਦਾਰਥ ਹੁੰਦੇ ਨੇ। ਹੁਣ ਜੇ ਲਗਾਤਾਰਤਾ ਦੇ ਵਿੱਚ ਤੁਸੀਂ ਇਸ ਦੇ ਨਾਲ ਜੁੜੇ ਰਹੋਗੇ ਤਾਂ ਤੁਹਾਨੂੰ ਇਸ ਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ, ਜਿਵੇਂ ਅਨੀਮੀਆ, ਖੂਨ ਦੀ ਕਮੀ ਹੋ ਗਈ, ਨਿਊਰੋਪੈਥੀ ਹੋ ਗਈ, ਕਿਡਨੀ ਡੈਮੇਜ ਹੋ ਗਈ, ਇਹੋ ਜਿਹੀਆਂ ਬਿਮਾਰੀਆਂ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ, ਹੋ ਸਕਦੀਆਂ ਨੇ। ਸਾਡੇ ਘਰੇ ਅਗਰ ਪੇਂਟਰ ਵੀ ਕੰਮ ਕਰਦੇ ਆ ਤਾਂ ਉਹ ਮੂੰਹ ਤੇ ਕੱਪੜਾ ਪਾ ਕੇ ਰੱਖਦੇ ਆ, ਜਾਂਦੇ ਹੋਏ ਉਹ ਜ਼ਰੂਰ ਹੱਥ ਧੋ ਕੇ ਔਰ ਗੁੜ ਖਾ ਕੇ ਜਾਂਦੇ ਆ, ਕਿਉਂਕਿ ਉਹ ਇਹਨਾਂ ਚੀਜ਼ਾਂ ਤੋਂ ਫਿਰ ਆਪਣੇ ਆਪ ਨੂੰ ਬਚਾਉਂਦੇ ਨੇ। ਸਾਡੇ ਇੱਥੇ ਪੰਜਾਬ ਦੇ ਵਿੱਚ ਕਿਹਾ ਜਾਂਦਾ ਹੈ ਕਿ ਕੋਈ ਵੀ ਲੇਬਰ ਹੁੰਦੀ ਹੈ ਤਾਂ ਸ਼ਾਮ ਨੂੰ ਜਾਂਦੇ ਹੋਏ ਗੁੜ ਦਾ ਪ੍ਰਯੋਗ ਕਰਦੇ ਆ। ਥੋੜਾ ਜਿਹਾ ਗੁੜ ਖਾਣ ਦੇ ਨਾਲ ਉਹ ਜਿਹੜੀਆਂ ਅੰਦਰ ਸਾਡੇ ਸੋਲਵੈਂਟਸ ਨੇ ਉਹ ਉਸ ਨੂੰ ਚਿਪਕ ਕੇ ਫਿਰ ਬਾਹਰ ਹੋ ਜਾਂਦੇ। ਉਸ ਤੋਂ ਬਾਅਦ ਪੈਸਟੀਸਾਈਡਸ, ਇਹ ਸਾਡੇ ਜਿਹੜੇ ਕਿਸਾਨ ਨੇ, ਪੰਜਾਬ ਹੋਵੇ ਚਾਹੇ ਪੂਰੇ ਦੇਸ਼ ਦੇ ਕਿਸਾਨ ਹੈ, ਇਹ ਪੈਸਟੀਸਾਈਡਸ ਦਾ ਪ੍ਰਯੋਗ ਵੀ ਬਹੁਤ ਜ਼ਿਆਦਾ ਕਰਦੇ ਨੇ। ਪੈਸਟੀਸਾਈਡਸ ਦੇ ਵਿੱਚ ਕਿਆ ਹੈਗਾ ਕਿ ਜਿਹੜੀਆਂ ਕੀੜੇ ਮਾਰ ਦਵਾਈਆਂ ਨੇ, ਸਪੈਸ਼ਲੀ ਕਿਹਾ ਜਾਂਦਾ ਹੈ ਕਿ ਜਦੋਂ ਤੁਸੀਂ ਕੀੜੇ ਮਾਰ ਦਵਾਈ ਦਾ ਛਿੜਕਾਓ ਕਰਨਾ ਹੈ, ਤੁਸੀਂ ਆਪਣੇ ਆਪ ਨੂੰ ਫੇਸ ਕਵਰ ਕਰਕੇ ਕਰਨਾ ਹੈ, ਕਿਉਂਕਿ ਜਿਹੜੀ ਇਸ ਦੀ ਸਮੈਲ ਹੈ, ਦੁਰਗੰਧ ਹੈ ਜਿਹੜੀ ਇਸ ਦੀ, ਅਗਰ ਤੁਸੀਂ ਇਹ ਨਹੀਂ ਪ੍ਰਯੋਗ ਦੇ ਵਿੱਚ ਲਿਆਂਦੇ ਹੋ ਸਾਵਧਾਨੀਆਂ, ਤਾਂ ਤੁਹਾਨੂੰ ਇਸ ਦੇ ਨਾਲ ਕ੍ਰੋਨਿਕ ਹੈਡੇਕ, ਕ੍ਰੋਨਿਕ ਦਾ ਮਤਲਬ ਕਿ ਕਾਫੀ ਜ਼ਿਆਦਾ ਤੇਜ਼ ਸਿਰ ਦਰਦ, ਮੈਮਰੀ ਇੰਪੇਅਰਮੈਂਟ, ਕਿ ਤੁਹਾਡੀ ਯਾਦਾਸ਼ਤ ਦੇ ਵਿੱਚ ਕਮਜ਼ੋਰੀ, ਸਕਿਨ ਦੀ ਡਿਸੀਜ਼ਜ਼, ਕੈਂਸਰ, ਇਹ ਸਭ ਕੁਝ ਹੋਣ ਦੀ ਸੰਭਾਵਨਾ ਰਹਿੰਦੀ ਹੈ।
ਹੁਣ ਇਹ ਪ੍ਰਯੋਗ ਕਰਦੇ ਨੇ, ਜ਼ਿਆਦਾਤਰ ਜਿਹੜੇ ਪ੍ਰਯੋਗ ਦੇ ਵਿੱਚ ਆਉਂਦਾ ਪੈਸਟੀਸਾਈਡਸ ਦਾ, ਉਹ ਐਗਰੀਕਲਚਰ ਵਰਕਰਸ ਜਿਹੜੇ ਨੇ, ਪੈਸਟ ਸਪਰੇਅਰਸ, ਉਹ ਲਿਆਉਂਦੇ ਨੇ। ਹੁਣ ਤੁਸੀਂ ਅੱਜ ਕੱਲ ਤਾਂ ਜਿਹੜੇ ਨਵੇਂ ਮਕਾਨ ਬਣ ਰਹੇ ਆ ਉਹਨਾਂ ਦੇ ਵਿੱਚ ਸਿਉਂਕ ਤੋਂ ਬਚਣ ਵਾਸਤੇ ਵੀ ਜਿਹੜੀ ਹੈ ਛਿੜਕਾਓ ਕੀਤੇ ਜਾਂਦੇ ਨੇ, ਉਹ ਵੀ ਪੈਸਟੀਸਾਈਡਸ ਨੇ। ਤਾਂ ਇਹ ਜਿਹੜਾ ਹੈਗਾ ਕੈਮੀਕਲ ਹਜ਼ਾਰਡਸ ਦਾ ਇੱਕ ਪਾਰਟ ਹੈ। ਉਸ ਤੋਂ ਬਾਅਦ ਹੈਗਾ ਮੈਟਲ ਫਿਊਮਸ। ਇਹਦੇ ਵਿੱਚ ਕੀ ਹੁੰਦਾ ਹੈ, ਮੈਟਲ ਫਿਊਮਸ ਦੇ ਵਿੱਚ ਜਿਹੜੇ ਸਾਡੇ ਕਈ ਤਰ੍ਹਾਂ ਦੀਆਂ ਇੰਡਸਟਰੀਜ਼ ਐਸੀਆਂ ਨੇ, ਚਾਹੇ ਉਹ ਆਟੋਮੋਬਾਈਲ ਇੰਡਸਟਰੀ ਹੈ, ਉਹਨਾਂ ਦੇ ਵਿੱਚ ਵੈਲਡਿੰਗ ਦਾ ਕੰਮ ਬਹੁਤ ਜ਼ਿਆਦਾ ਕੀਤਾ ਜਾਂਦਾ ਹੈ। ਜਿਹੜੇ ਸਾਡੇ ਵੈਲਡਰਸ ਹੁੰਦੇ ਨੇ, ਉਹਨਾਂ ਨੇ ਆਪਣੇ ਆਪ ਨੂੰ ਪ੍ਰੋਪਰ ਹੈਲਮਟ ਦੇ ਨਾਲ, ਆਈਜ਼ ਦੇ ਉੱਤੇ ਚਸ਼ਮੇ ਦੇ ਨਾਲ, ਮੂੰਹ ਨੂੰ ਕਵਰ ਕਰਕੇ ਹੀ ਕੰਮ ਕਰਨਾ ਹੈ। ਕਿਉਂਕਿ ਜਦੋਂ ਵੈਲਡਿੰਗ ਦਾ ਕੰਮ ਕੀਤਾ ਜਾਂਦਾ ਹੈ ਤਾਂ ਉਹਦੇ ਵਿੱਚੋਂ ਮਰਕਰੀ ਲੈਡ ਜਿਹੜਾ ਨਿਕਲਦਾ ਹੈਗਾ, ਅਗਰ ਉਹ ਸਾਡੀ ਬੋਡੀ ਦੇ ਅੰਦਰ ਜਾਂਦਾ ਹੈ ਤਾਂ ਕਾਫੀ ਸਮੇਂ ਦੇ ਬਾਅਦ ਉਹਦੇ ਨਾਲ ਵੀ ਸਾਡੀ ਸਿਹਤ ਦੇ ਉੱਪਰ ਕਈ ਤਰ੍ਹਾਂ ਦੇ ਮਾੜੇ ਇਫੈਕਟਸ ਜਿਹੜੇ ਨੇ ਉਹ ਦੇਖੇ ਜਾ ਸਕਦੇ ਨੇ, ਜਿਨ੍ਹਾਂ ਦੇ ਵਿੱਚ ਕੈਂਸਰ ਹੋ ਸਕਦਾ ਹੈ, ਕਿਡਨੀ ਡੈਮੇਜ ਹੋ ਸਕਦੀ ਹੈ। ਤਾਂ ਇਹ ਸਾਰੀਆਂ ਬਿਮਾਰੀਆਂ ਹੋ ਸਕਦੀਆਂ ਨੇ। ਉਸ ਤੋਂ ਬਾਅਦ ਆ ਗਿਆ ਗੈਸਿਸ। ਹੁਣ ਕਈ ਇੰਡਸਟਰੀਜ਼ ਐਸੀਆਂ ਨੇ ਜਿਨ੍ਹਾਂ ਦੇ ਵਿੱਚ ਗੈਸ ਦੇ ਨਾਲ ਰਿਲੇਟਡ ਜਿਹੜੇ ਹੈ ਵਪਾਰ ਕੀਤੇ ਜਾਂਦੇ ਨੇ। ਗੈਸ ਜਿਹੜੀ ਹੈ, ਸਭ ਤੋਂ ਖਰਾਬ ਜਿਹੜੀ ਗੈਸ ਹੈ ਉਹ ਕਾਰਬਨ ਮੋਨੋਆਕਸਾਈਡ ਔਰ ਸਲਫਰ ਗੈਸ ਹੈ। ਇਹ ਕਿੱਥੇ ਹੁੰਦੀ ਹੈ? ਜਿੱਥੇ ਹੁਣ ਕੋਲੇ ਦੀਆਂ ਖਦਾਨਾਂ ਨੇ, ਉਹਨਾਂ ਦੇ ਵਿੱਚ ਇਹ ਗੈਸ ਹੈ। ਸੀਵਰੇਜ ਦੇ ਵਿੱਚ ਤੁਸੀਂ ਦੇਖਦੇ ਹੋਣੇ ਕਿ ਜਿਹੜੇ ਸੜਕਾਂ ਦੇ ਉੱਪਰ ਸੀਵਰਮੈਨ ਜਿਹੜੇ ਨੇ ਸੀਵਰੇਜ ਨੂੰ ਸਾਫ਼ ਕਰਦੇ ਨੇ, ਉਹਨਾਂ ਦੀ ਕਈ ਵਾਰੀ ਸੁਣਦੇ ਆ ਕਿ ਅਖਬਾਰਾਂ 'ਚ ਪੜ੍ਹਦੇ ਆ ਵੀ ਡੈਥ ਹੋ ਗਈ ਹੈ। ਤਾਂ ਕਿਆ ਹੈਗਾ ਕਿ ਉਹਦੇ ਨੀਚੇ ਜਿਹੜੀ ਹੈ ਕਾਰਬਨ ਮੋਨੋਆਕਸਾਈਡ ਗੈਸ ਸੀਗੀ, ਉਹ ਉਹਨਾਂ ਨੂੰ ਚੜ ਗਈ, ਜਿਸ ਕਰਕੇ ਡੈਥ ਹੋ ਗਈ। ਟਨਲਸ ਦੇ ਵਿੱਚ, ਜਿੱਥੇ ਸਾਡੇ ਪਹਾੜਾਂ ਨੂੰ ਕੱਟ ਕੇ ਟਨਲਸ ਬਣਾਈਆਂ ਜਾਂਦੀਆਂ ਨੇ, ਉੱਥੇ ਇਹ ਗੈਸਿਸ ਹੁੰਦੀਆਂ ਨੇ। ਲੈਬੋਰਟਰੀ ਵਰਕਰ, ਜਿੱਥੇ ਅਲੱਗ-ਅਲੱਗ ਤਰ੍ਹਾਂ ਦੀਆਂ ਲੈਬੋਰਟਰੀਜ਼ ਨੇ, ਉੱਥੇ ਇਹਨਾਂ ਗੈਸਾਂ ਦਾ ਪ੍ਰਯੋਗ ਕੀਤਾ ਜਾਂਦਾ ਹੈਗਾ। ਇਹਦੇ ਨਾਲ ਵੀ ਸਾਡੇ ਸਿਹਤ ਦੇ ਉੱਪਰ ਕਿਆ ਮਾੜੇ ਅਸਰ ਹੁੰਦੇ ਨੇ। ਰੈਸਪੀਰੇਟਰੀ ਇਰੀਟੇਸ਼ਨ ਹੁੰਦੀ ਹੈ, ਸਾਹ ਲੈਣ ਦੇ ਵਿੱਚ ਇਰੀਟੇਸ਼ਨ, ਸਾਹ ਲੈਣ ਦੇ ਵਿੱਚ ਤਕਲੀਫ ਹੋਣਾ। ਐਸਫੈਕਸੀਆ ਹੁੰਦੀ ਹੈ, ਜਦੋਂ ਪਹਾੜੀ ਖੇਤਰ ਦੇ ਵਿੱਚ ਤੁਸੀਂ ਚੜ੍ਹਦੇ ਹੋ, ਤੁਹਾਨੂੰ ਸਾਹ ਚੜ੍ਹਦਾ ਹੈਗਾ। ਇਸ ਤਰੀਕੇ ਦੀਆਂ ਬਿਮਾਰੀਆਂ ਇਹਦੇ ਨਾਲ ਤੁਹਾਨੂੰ ਹੋ ਸਕਦੀਆਂ ਨੇ। ਤੀਜਾ, ਉਸ ਤੋਂ ਬਾਅਦ ਆ ਗਿਆ ਸਾਡੇ ਕੋਲ ਬਾਇਓਲੋਜੀਕਲ ਹਜ਼ਾਰਡਸ। ਜੀ ਜਿਹੜੇ ਇਹ ਕਿਹੜੇ ਹਜ਼ਾਰਡਸ ਨੇ? ਇਹਨਾਂ ਦੇ ਵਿੱਚ ਦੇਖੋ, ਸਭ ਤੋਂ ਪਹਿਲਾਂ ਬੈਕਟੀਰੀਆ, ਫੰਗੀ, ਵਾਇਰਸ। ਵਾਇਰਸ ਵੀ ਕਈ ਤਰ੍ਹਾਂ ਦੇ ਵਾਇਰਸ ਨੇ। ਹੁਣ ਤਾਂ ਜਿਹੜਾ ਵਾਇਰਸ ਚੱਲ ਰਿਹਾ ਹੈਗਾ ਕਰੋਨਾ ਵਾਇਰਸ ਹੈ, ਲੇਕਿਨ ਉਸ ਤੋਂ ਇਲਾਵਾ ਬਰਡ ਫਲੂ ਵੀ ਇੱਕ ਵਾਇਰਸ ਸੀਗਾ, ਹੁਣ ਵੀ ਹੈ, ਕਈ ਕੰਟਰੀਜ਼ ਦੇ ਵਿੱਚ ਆ ਜਾਂਦਾ ਹੈ। ਇਨਫਲੂਐਂਜ਼ਾ, ਸਾਰਸ, ਇਹ ਸਾਰੇ ਬਾਇਓਲੋਜੀਕਲ ਹਜ਼ਾਰਡਸ ਨੇ। ਇਹ ਵੀ ਕਿਸ ਨੂੰ ਹੋ ਸਕਦੇ ਨੇ? ਜਿਵੇਂ ਜਿਹੜੇ ਸਾਡੇ ਕਿਸਾਨ ਹੈ, ਹੈਲਥ ਕੇਅਰ ਵਰਕਰ ਹੈ, ਐਨੀਮਲ ਹੈਂਡਲਰਸ ਹੈ, ਕਿਉਂਕਿ ਐਨੀਮਲਸ ਨੂੰ ਜਿਹੜੀਆਂ ਬਿਮਾਰੀਆਂ ਹੁੰਦੀਆਂ ਨੇ ਉਹ ਵੀ ਬਹੁਤ ਜਲਦੀ ਇਨਸਾਨਾਂ ਦੇ ਵਿੱਚ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈਗਾ। ਇਸ ਕਰਕੇ ਸਾਨੂੰ ਇਹਨਾਂ ਤੋਂ ਬਚਾਓ ਜਿਹੜਾ ਹੈਗਾ ਆਪਣਾ ਜ਼ਰੂਰੀ ਰੱਖਣਾ ਹੈਗਾ। ਸਾਈਕੋਲੋਜੀਕਲ ਹਜ਼ਾਰਡਸ ਹੁੰਦੇ ਨੇ, ਜਿਹੜੇ ਕਿ ਸਾਡੇ ਮਨੋਵਿਗਿਆਨਿਕ ਹਜ਼ਾਰਡਸ ਕਿਹੜੇ ਨੇ? ਹੁਣ ਮਨੋਵਿਗਿਆਨਿਕ ਤੋਂ ਮਤਲਬ ਹੈਗਾ ਇੱਥੇ ਕਿ ਜਿਵੇਂ ਤੁਸੀਂ ਕਿਸੇ ਇੰਡਸਟਰੀ ਦੇ ਵਿੱਚ, ਕਿਸੇ ਫੈਕਟਰੀ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ, ਤਾਂ ਉੱਥੇ ਵੀ ਕਈ ਤਰੀਕੇ ਦੇ ਨਾਲ ਸਾਨੂੰ ਕਈ ਵਾਰੀ ਨਾ ਸਹਿਨ ਕਰਨਾ ਪੈਂਦਾ ਹੈ। ਕਈ ਵਾਰੀ ਸਾਨੂੰ ਸਾਡੇ ਬੌਸ ਅੱਛੇ ਮਿਲ ਜਾਂਦੇ ਹੈ, ਕਈ ਵਾਰੀ ਸਾਨੂੰ ਸਾਡੇ ਬੌਸ ਮਾੜੇ ਮਿਲ ਜਾਂਦੇ ਨੇ। ਸਾਡੇ ਸੁਪਰਵਾਈਜ਼ਰ ਕਈ ਵਾਰੀ ਅੱਛੇ ਹੈ, ਕਈ ਵਾਰੀ ਮਾੜੇ ਹੈ। ਫਿਰ ਸਾਨੂੰ ਉਹਨਾਂ ਨਾਲ ਕੰਮ ਦੀ ਐਡਜਸਟਮੈਂਟ ਰੱਖਣੀ ਪੈਂਦੀ ਹੈ, ਕਿਉਂਕਿ ਹੁਣ ਅਸੀਂ ਆਪਣੇ ਉਹਨਾਂ ਜਿਹੜੇ ਸਾਡੇ ਸੀਨੀਅਰਸ ਹੈ, ਅਸੀਂ ਉਹਨਾਂ ਨੂੰ ਜਵਾਬਦੇਹੀ ਨਹੀਂ ਕਰ ਪਾਉਂਦੇ, ਤਾਂ ਸਾਨੂੰ ਉੱਥੇ ਕਈ ਵਾਰੀ ਸਹਿਨ ਕਰਨਾ ਪੈਂਦਾ। ਉਹ ਜਿਹੜੇ ਨੇ ਸਾਈਕੋਲੋਜੀਕਲ ਹਜ਼ਾਰਡਸ ਹੈ ਉਹਦੇ ਵਿੱਚ। ਇਸ ਕਰਕੇ ਸਾਡੀ ਸਰਕਾਰ ਨੇ ਵਰਕਰਸ ਦੇ ਵਾਸਤੇ ਕਈ ਤਰ੍ਹਾਂ ਦੇ ਐਕਟ ਵੀ ਬਣਾਏ ਨੇ ਕਿ ਉਹਨਾਂ ਦਾ ਸ਼ੋਸ਼ਣ ਨਾ ਹੋਵੇ, ਪਰ ਕਿਉਂਕਿ ਉਹਨਾਂ ਨੂੰ ਇਤਨੀ ਨੌਲੇਜ ਨਹੀਂ ਹੁੰਦੀ ਕਿ ਉਹ ਆਪਣੀਆਂ ਜਿਹੜੀਆਂ ਪਾਵਰਸ ਨੂੰ ਵਰਤ ਸਕਣ, ਇਸ ਕਰਕੇ ਉਹ ਇਸ ਨੂੰ ਸਹਿਨ ਕਰਦੇ ਰਹਿੰਦੇ ਨੇ। ਸਾਈਕੋਲੋਜੀਕਲ ਹਜ਼ਾਰਡਸ ਉੱਥੇ ਹੁੰਦੇ ਨੇ। ਵਰਕ ਰਿਲੇਟਿਡ ਸਟ੍ਰੈਸ ਹੁੰਦਾ ਹੈ, ਕਈ ਵਾਰੀ ਕੰਮ ਦਾ ਓਵਰਲੋਡ ਸਟ੍ਰੈਸ ਹੁੰਦਾ ਹੈ, ਕਈ ਵਾਰੀ ਸਾਡੇ ਕੋਲ ਜ਼ਿਆਦਾ ਕੰਮ ਲੈ ਲਿਆ ਜਾਂਦਾ ਫੈਕਟਰੀਜ਼ ਦੇ ਵਿੱਚ। ਇਮੋਸ਼ਨਲੀ, ਵਰਬਲੀ ਸਾਨੂੰ ਕਈ ਵਾਰੀ ਗਲਤ ਕੁਝ ਬੋਲ ਲਿਆ ਜਾਂਦਾ, ਅਸੀਂ ਸਹਿਨ ਕਰ ਲਿਆ ਹੈਗਾ। ਇਹ ਸਾਰੀਆਂ ਚੀਜ਼ਾਂ ਸਾਈਕੋਲੋਜੀਕਲ ਹਜ਼ਾਰਡਸ ਦੇ ਵਿੱਚ ਆਉਂਦੀਆਂ ਨੇ। ਕਈ ਜਗ੍ਹਾਵਾਂ ਤੇ ਤਾਂ ਵਾਇਲੈਂਸ ਵੀ ਹੁੰਦੀ ਹੈ। ਵਾਇਲੈਂਸ ਤੋਂ ਮਤਲਬ ਕਿ ਲੜਾਈ ਝਗੜਾ, ਕਿਸੇ ਦੇ ਹੱਥ ਚੱਕ ਲੈਣਾ, ਕਿਸੇ ਨੂੰ ਤਾਨੇ ਮਾਰ ਦੇਣੇ। ਤਾਨੇ ਮਾਰਨਾ ਵੀ ਇਹ ਸਾਈਕੋਲੋਜੀਕਲ ਹਜ਼ਾਰਡਸ ਦੇ ਅੰਦਰ ਹੀ ਆਉਂਦਾ ਹੈਗਾ। ਉਸ ਤੋਂ ਬਾਅਦ ਇਹਦੇ ਨਾਲ ਸਾਡੀ ਸਿਹਤ ਤੇ ਕਿਆ ਅਸਰ ਪੈਂਦੇ ਨੇ? ਸਾਨੂੰ ਐਂਜ਼ਾਈਟੀ, ਡਿਪਰੈਸ਼ਨ, ਜਿਹੜੀ ਕਿ ਅੱਜ 2020 ਦੇ ਅੰਦਰ ਜਿਹੜੀ ਇਹ ਬਿਮਾਰੀ ਹੈ ਸਭ ਤੋਂ ਜ਼ਿਆਦਾ ਜਿਹੜੀ ਚੱਲ ਰਹੀ ਹੈ, ਐਂਜ਼ਾਈਟੀ ਡਿਪਰੈਸ਼ਨ ਦੀ ਚੱਲ ਰਹੀ ਹੈ। ਉਹ ਇਸੇ ਕਰਕੇ ਹੀ ਹੋ ਰਹੀ ਹੈ
ਕਾਰਡੀਓਵੈਸਕੂਲਰ ਡਿਸਆਰਡਰ ਹੁੰਦੇ ਨੇ, ਯਾਨੀ ਕਿ ਸਾਨੂੰ ਦਿਲ ਦੇ ਨਾਲ ਜੁੜੀਆਂ ਹੋਈਆਂ ਬਿਮਾਰੀਆਂ ਹੋਣੀਆਂ, ਡਰੱਗ ਅਬਿਊਜ਼ ਹੋਣਾ, ਯਾਨੀ ਕਿ ਡਰੱਗ ਦਾ ਸੇਵਨ ਕਰਨ ਲੱਗ ਜਾਣਾ, ਸਮੋਕਿੰਗ ਕਰਨ ਲੱਗ ਜਾਣਾ, ਇਹ ਸਾਰਾ ਕੁਝ ਜਿਹੜਾ ਸਾਈਕੋਲੋਜੀਕਲ ਹਜ਼ਾਰਡ ਦੇ ਅੰਦਰ ਆਉਂਦਾ ਹੈਗਾ। ਮੈਕੈਨੀਕਲ ਹਜ਼ਾਰਡਸ ਕਿਆ ਹੁੰਦੇ ਨੇ? ਜਿੱਥੇ ਸਾਡੀ ਮਸ਼ੀਨਰੀ ਦੇ ਨਾਲ ਜੁੜੇ ਹੋਏ ਜਿਹੜੇ ਸਾਡੇ ਖਤਰੇ ਨੇ, ਉਹ ਕਿਹੜੇ ਨੇ? ਕਈ ਇੰਡਸਟਰੀਜ਼ ਦੇ ਵਿੱਚ ਤਾਂ ਪੁਰਾਣੀਆਂ ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ, ਉਹ ਉਹਨਾਂ ਮਸ਼ੀਨਾਂ ਨੂੰ ਵਰਤਦੇ ਹੀ ਨਹੀਂ ਹੈ, ਚੇਂਜ ਹੀ ਨਹੀਂ ਕਰਦੇ ਵੀ ਅਸੀਂ ਚੇਂਜ ਕਰਕੇ ਨਵੀਆਂ ਮੋਡਰੇਟ ਸੇਫ ਮਸ਼ੀਨਾਂ ਲਿਆਈਏ। ਅਨਸੇਫ ਡਿਜ਼ਾਈਨ ਹੁੰਦੇ ਨੇ, ਕਈ ਵਾਰੀ ਕਿਸੇ ਦਾ ਹੱਥ ਕੱਟ ਗਿਆ, ਕਈ ਵਾਰੀ ਕਿਸੇ ਦੀ ਉਂਗਲ ਆ ਗਈ ਜਾਂ ਸਿਰ ਤੇ ਗਿਰ ਗਈ, ਇਸ ਤਰੀਕੇ ਦੀਆਂ ਵੀ ਦੁਰਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ। ਕੰਪਲੈਕਸ ਮਸ਼ੀਨਰੀ ਹੁੰਦੀ ਹੈ, ਯਾਨੀ ਕਿ ਕਾਫੀ ਉਲਝਵੀਂ ਮਸ਼ੀਨਰੀ ਹੁੰਦੀ ਹੈ, ਪੂਅਰ ਮੇਨਟੇਨੈਂਸ, ਉਹਦਾ ਰੱਖ ਰਖਾਓ ਨਾ ਕਰਨਾ, ਸਲਿਪਰੀ ਜਾਂ ਵੈਟ ਫਲੋਰਸ, ਇਹ ਵੀ ਆਮ ਤੌਰ ਤੇ ਦੇਖਣ ਨੂੰ ਮਿਲਦਾ ਹੈ। ਕਈ ਜਗ੍ਹਾਵਾਂ ਦੇ ਉੱਪਰ ਤਾਂ ਗਿੱਲੇ ਫਰਸ਼ ਹੁੰਦੇ ਨੇ, ਉਹਨਾਂ ਦੇ ਤੁਰਨਾ, ਤੇਲ ਗਿਰ ਜਾਣਾ, ਤੇਲ ਨੂੰ ਸਾਫ਼ ਨਾ ਕਰਨਾ, ਫਿਰ ਉਹਦੇ ਤੇ ਸਲਿਪਰੀ ਹੋ ਗਈ, ਤਾਂ ਉੱਥੇ ਵੀ ਜਿਹੜੇ ਨੇ ਸਾਡੀ ਸਿਹਤ ਦੇ ਨਾਲ ਰਿਲੇਟਡ ਅਸਰ ਕਿਵੇਂ ਪੈ ਸਕਦਾ? ਸਾਡੀ ਲੱਤ ਬਾਂਹ ਟੁੱਟ ਗਈ, ਕਿਸੇ ਨੂੰ ਕੋਈ ਕੱਟ ਲੱਗ ਗਿਆ, ਕਿਸੇ ਨੂੰ ਕ੍ਰਸ਼ ਇੰਜਰੀ, ਇਸ ਤਰੀਕੇ ਦੀਆਂ, ਕੋਈ ਅੱਖਾਂ ਦਾ ਨੁਕਸਾਨ, ਇਹ ਸਾਰਾ ਕੁਝ ਹੋ ਸਕਦਾ ਹੈਗਾ। ਐਰਗੋਨੋਮਿਕ ਫੈਕਟਰਸ ਕਿਹੜੇ ਹੁੰਦੇ ਨੇ? ਜਿਹੜੇ ਕਿ ਸਾਡੇ ਕੰਮ ਦੇ ਨਾਲ ਜੁੜੇ ਹੋਏ ਫੈਕਟਰਸ ਨੇ। ਉਹਨਾਂ ਦੇ ਵਿੱਚ ਦੇਖੋ, ਸਭ ਤੋਂ ਪਹਿਲਾ ਫੈਕਟਰ ਤਾਂ ਹੈਗਾ ਵਰਕਿੰਗ ਪੋਸਚਰ, ਕਿ ਸਾਡਾ ਬੈਠਣ ਦਾ ਤੌਰ ਤਰੀਕਾ ਕਿਆ ਹੈ, ਅਸੀਂ ਕਿਵੇਂ ਬੈਠਦੇ ਹਾਂ, ਸਾਡਾ ਕੁਰਸੀ ਤੇ ਅਸੀਂ ਕਿਵੇਂ ਬੈਠੇ ਹਾਂ, ਕੀ ਸਾਡਾ ਤਰੀਕਾ ਹੈਗਾ, ਅਸੀਂ ਸਿੱਧੇ ਬੈਠਦੇ ਹਾਂ ਕਿ ਥੋੜੇ ਟੇਢੇ ਹੋ ਕੇ ਬੈਠਦੇ ਹਾਂ? ਜੇ ਟੇਢੇ ਹੋ ਕੇ ਬੈਠਦੇ ਹੋ ਤਾਂ ਤੁਹਾਨੂੰ ਫਿਰ ਕਮਰ ਦਾ ਦਰਦ, ਹੋਰ ਇਸ ਤਰੀਕੇ ਦੀਆਂ ਕਈ ਦਿੱਕਤਾਂ। ਕਈ ਵਾਰੀ ਸਪੇਸ ਪਰ ਵਰਕ ਸ਼ਿਫਟ, ਯਾਨੀ ਕਿ ਸਪੇਸ ਹੀ ਥੋੜੀ ਹੁੰਦੀ ਹੈ ਜਿੱਥੇ ਵਰਕਰ ਖੜਾ ਹੈਗਾ ਮਸ਼ੀਨਰੀ ਦੇ ਨਾਲ, ਉਸਨੂੰ ਇਹ ਦਿੱਕਤ ਆ ਸਕਦੀ ਹੈ। ਹਾਈਟ ਦੀ ਪ੍ਰੋਬਲਮ ਆ ਜਾਂਦੀ ਹੈ, ਕਈ ਵਾਰੀ ਕਿਸੇ ਦਾ ਕੱਦ ਲੰਬਾ ਹੁੰਦਾ ਹੈ ਤੇ ਛੱਤ ਛੋਟੀ ਹੁੰਦੀ ਹੈ, ਉਹਨੂੰ ਬਾਰ-ਬਾਰ ਉਹ ਟੱਚਿੰਗ ਕਰੀ ਜਾਂਦੀ ਹੈ, ਇਰੀਟੇਸ਼ਨ ਪੈਦਾ ਕਰਦੀ ਹੈ। ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਆਉਂਦੀਆਂ ਨੇ। ਕਈ ਵਾਰੀ ਮਸ਼ੀਨਾਂ ਦੇ ਦਰਮਿਆਨ ਸਪੇਸ ਬਿਟਵੀਨ ਮਸ਼ੀਨਸ ਥੋੜੀ ਹੁੰਦੀ ਹੈ, ਤਾਂ ਇਹ ਸਾਰੀਆਂ ਚੀਜ਼ਾਂ ਐਰਗੋਨੋਮਿਕ ਫੈਕਟਰਸ ਦੇ ਅੰਦਰ ਆਉਂਦੀਆਂ ਨੇ। ਇਸ ਦੇ ਨਾਲ ਹੁਣ ਮੈਂ ਤੁਹਾਨੂੰ ਇਹ ਵੀ ਕੁਝ ਚਿੱਤਰਾਂ ਦੇ ਰਾਹੀਂ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਕਿ ਜਿਹੜੇ ਵਰਕਰ ਸਾਡੇ, ਇਹ ਪੇਪਰਸ ਦੇ ਵਿੱਚ ਵੀ ਕਈ ਵਾਰੀ ਸਵਾਲ ਪੁੱਛਿਆ ਜਾਏਗਾ, ਆਬਜੈਕਟਿਵ ਟਾਈਪ ਦੇ ਵਿੱਚ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਜਿਹੜੇ ਮਜ਼ਦੂਰ ਜਿਹੜੇ ਨੇ, ਜਿਹੜੇ ਵਰਕਰ ਹੈ, ਸੁਪਰਵਾਈਜ਼ਰ ਹੈ, ਜਿਹੜੇ ਕੋਲੇ ਦੀਆਂ ਖਦਾਨਾਂ ਦੇ ਵਿੱਚ ਕੰਮ ਕਰਦੇ ਨੇ, ਉਹਨਾਂ ਨੂੰ ਇੱਕ ਬਲੈਕ ਲੰਗ ਨਾਮ ਦੀ ਇੱਕ ਜਿਹੜੀ ਹੈ ਬਿਮਾਰੀ ਹੋ ਸਕਦੀ ਹੈ, ਹੁੰਦੀ ਨਹੀਂ ਹੈ, ਮੈਂ ਇੱਥੇ ਕਹਾਂਗਾ ਕਿ ਹੋ ਸਕਦੀ ਹੈ। ਇਸ ਬਿਮਾਰੀ ਦੇ ਵਿੱਚ ਜਿਹੜੇ ਸਾਡੇ ਫੇਫੜੇ ਨੇ, ਜਿਨ੍ਹਾਂ ਰਾਹੀਂ ਰੈਸਪੀਰੇਟਰੀ ਜਿਹੜਾ ਸਾਡਾ ਬੋਡੀ ਸਿਸਟਮ ਹੈ, ਉਹ ਸਾਡਾ ਇਫੈਕਟਡ ਹੋ ਜਾਂਦਾ ਹੈ, ਉਹ ਖਰਾਬ ਹੋ ਜਾਂਦਾ ਹੈਗਾ, ਜਿਹੜੇ ਉੱਥੇ ਕੰਮ ਕਰਦੇ ਨੇ। ਕਿਉਂਕਿ ਜਦੋਂ ਉਹ ਸਾਹ ਲੈਂਦੇ ਨੇ, ਸਾਹ ਲੈਣ ਲੱਗੇ ਹੀ ਉਹਨਾਂ ਦੇ ਅੰਦਰ ਜਿਹੜਾ ਹੈ ਕਾਲਾ ਜਿਹੜਾ ਹੈ ਧੂਆਂ, ਕਾਲੀ ਜਿਹੜੀ ਕੈਮੀਕਲਸ ਹੈ, ਉਹ ਸਾਡੇ ਫੇਫੜਿਆਂ ਦੇ ਅੰਦਰ ਜਾਈ ਜਾਂਦੇ ਨੇ। ਇਸ ਕਰਕੇ ਇਹਨਾਂ ਮਜ਼ਦੂਰਾਂ ਨੂੰ ਟਾਈਮਲੀ ਆਪਣਾ ਜਿਹੜਾ ਚੈੱਕਅਪ ਕਰਵਾਉਣਾ ਬਹੁਤ ਜ਼ਰੂਰੀ ਹੈ। ਉਸ ਤੋਂ ਬਾਅਦ ਹੈਗਾ ਆਬਜੈਕਟਿਵ ਟਾਈਪ ਕੁਐਸਚਨਸ ਦੇ ਵਿੱਚ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਕਪਾਹ ਟੈਕਸਟਾਈਲ ਉਦਯੋਗ ਕਿਹੜੇ ਨੇ, ਜਿੱਥੇ ਸਾਡਾ ਕੱਪੜਾ ਬਣਦਾ ਹੈ, ਚਾਹੇ ਉਹ ਕੱਪੜਾ ਕੋਟਨ ਦਾ, ਜਿੱਥੇ ਸਾਡਾ ਚੱਦਰ ਕੋਟਨ ਦੀ ਬਣਦੀ ਹੈ, ਜਾਂ ਸੂਟ ਬਣਦੇ ਹੈ, ਕੱਪੜਾ ਬਣ ਰਿਹਾ ਹੈਗਾ, ਉਹ ਜਿਹੜੀ ਸਾਡੀ ਕੋਟਨ ਟੈਕਸਟਾਈਲ ਉਦਯੋਗ ਹੈਗਾ, ਉੱਥੇ ਜਿਹੜੇ ਮਜ਼ਦੂਰ ਕੰਮ ਕਰਦੇ ਨੇ, ਜਿਵੇਂ ਤੁਸੀਂ ਫੋਟੋ ਦੇ ਵਿੱਚ ਦੇਖ ਰਹੇ ਹੋ, ਇੰਡਸਟਰੀ ਦੇ ਵਿੱਚ ਕੋਟਨ ਬਣ ਰਹੀ ਹੈ, ਉੱਥੇ ਬਿਸਨੋਸਿਸ ਨਾਮ ਦੀ ਇੱਕ ਜਿਹੜੀ ਹੈ ਬਿਮਾਰੀ ਹੋ ਸਕਦੀ ਹੈ। ਬਿਸਨੋਸਿਸ ਕਿਆ ਹੁੰਦੀ ਹੈ? ਤੁਸੀਂ ਵੈਸੇ ਕਈ ਵਾਰੀ ਨੋਟ ਕਰੋ, ਤੁਸੀਂ ਕੋਈ ਨਵਾਂ ਕੱਪੜਾ ਖਰੀਦੋ, ਨਵਾਂ ਸੂਟ ਹੋਵੇ, ਤੁਸੀਂ ਉਹ ਬਿਨਾਂ ਵਾਸ਼ ਕੀਤੇ ਅਗਰ ਪਾਓਗੇ ਤਾਂ ਉਹਦੇ ਵਿੱਚ ਇੱਕ ਥੋੜੀ ਜਿਹੀ ਸਾਡੀ ਭਾਸ਼ਾ ਵਿੱਚ ਤਾਂ ਉਸਨੂੰ ਭੰਜ ਕਹਿ ਦਿੰਦੇ ਆ, ਜਾਂ ਕੁਛ ਆਪਾਂ, ਕੱਪੜੇ ਦੀ ਜਿਹੜੀ ਉਹ ਬਰੀਕ ਜਿਹੜੀ ਪਰਤ ਹੁੰਦੀ ਹੈ, ਉਹ ਉੱਡ ਕੇ ਸਾਡੇ ਅੰਦਰ ਵੀ ਜਾਂਦੀ ਹੈ। ਅਗਰ ਤੁਸੀਂ ਸੂਟ ਸੀਵੋ, ਅਗਰ ਤੁਸੀਂ ਐਜ਼ ਏ ਟੇਲਰ ਹੋਵੋ, ਤੁਸੀਂ ਕਦੇ ਕੋਈ ਸੂਟ ਸੀਓਗੇ ਅਗਰ ਤੁਸੀਂ ਸੂਟ, ਤਾਂ ਉਹਦੇ ਵਿੱਚੋਂ ਵੀ ਕੁਛ ਨਾ ਕੁਛ ਉੱਡਦੀ ਹੈ ਇੱਕ ਚੀਜ਼, ਹਲਕੀ ਹਲਕੀ ਜੀ, ਉਹ ਵੀ ਤੁਹਾਡੇ ਨੱਕ ਰਾਹੀਂ ਤੁਹਾਡੇ ਅੰਦਰ ਜਾਂਦੀ ਹੈ। ਜ਼ਿਆਦਾਤਰ ਜਿਹੜੇ ਟੇਲਰਸ ਨੇ ਉਹਨਾਂ ਨੂੰ ਪਤਾ ਹੁੰਦਾ ਇਸ ਚੀਜ਼ ਦਾ। ਤਾਂ ਇਹ ਇੱਕ ਬਿਸਨੋਸਿਸ ਨਾਮ ਦੀ ਜਿਹੜੀ ਪ੍ਰੋਬਲਮ ਹੈ, ਇਹ ਹੋ ਸਕਦੀ ਹੈ। ਫਿਰ ਲੰਬੇ ਸਮੇਂ ਤੱਕ ਜਿਹੜੇ ਬੰਦੇ ਗਿੱਲੇ ਪਾਣੀ ਵਾਲਾ ਕੰਮ ਕਰਦੇ ਨੇ, ਗਿੱਲੇ ਪਾਣੀ ਵਾਲੇ ਕੰਮ ਹੁੰਦੇ ਨੇ, ਜਿਵੇਂ ਕੈਟਰਿੰਗ ਦਾ ਕੰਮ ਹੈ, ਜਿੱਥੇ ਬਰਤਨ ਧੋ ਰਹੇ ਹੈ ਬੰਦੇ, ਕਾਰ ਵਾਸ਼ਿੰਗ ਕਰ ਰਹੇ ਨੇ, ਕੋਈ ਤੁਹਾਡੇ ਮਕਾਨ ਬਣਾ ਰਹੇ ਨੇ, ਜਾਂ ਉਹ ਤੁਹਾਡੇ ਪਾਰਲਰਸ ਦੇ ਕੰਮ ਹੈ, ਜਿੱਥੇ ਸਾਰਾ ਦਿਨ ਪਾਣੀ ਦਾ ਕੰਮ ਹੈ, ਜਿਹਦੇ ਵਿੱਚ ਕਿ ਸਾਰਾ ਦਿਨ ਜਿਹੜੇ ਵਰਕਰ ਹੈ ਉਹ ਪਾਣੀ ਦੇ ਨਾਲ ਰਿਲੇਟਡ ਕੰਮ ਕਰੀ ਜਾਂਦੇ ਨੇ, ਤਾਂ ਉਹਨਾਂ ਨੂੰ ਵੀ ਕਈ ਵਾਰੀ ਚਮੜੀ ਦੇ ਰਿਲੇਟਡ ਜਿਹੜੀਆਂ ਨੇ, ਸਕਿਨ ਰਿਲੇਟਡ ਜਿਹੜੀਆਂ ਪ੍ਰੋਬਲਮਸ ਹੋ ਜਾਂਦੀਆਂ ਨੇ,
ਤੁਸੀਂ ਕਈ ਵਾਰੀ ਇਹਨਾਂ ਦੇ ਹੱਥ ਦੇਖੋਗੇ ਨਾ ਵਰਕਰਸ ਦੇ, ਤਾਂ ਉਹ ਕਾਫੀ ਖਰਾਬ ਪੋਜੀਸ਼ਨ ਦੇ ਵਿੱਚ ਹੁੰਦੇ ਨੇ, ਕਿਉਂਕਿ ਦਿਨ ਰਾਤ ਹੱਥ ਪੈਰ ਜਿਹੜੇ ਨੇ ਉਹ ਇਹਨਾਂ ਦੇ ਵਿੱਚ ਪਾਣੀ ਵਿੱਚ ਰੱਖਦੇ ਨੇ। ਤਾਂ ਇਸ ਵਾਸਤੇ ਸਾਨੂੰ ਚਾਹੀਦਾ ਕਿ ਅਸੀਂ ਰਬੜ ਦੇ ਸ਼ੂਜ਼ ਤੇ ਗਲਵਜ਼ ਜਿਹੜਾ ਹੈ ਉਹਨਾਂ ਦਾ ਪ੍ਰਯੋਗ ਕਰੀਏ, ਤਾਂ ਕਿ ਇਹਨਾਂ ਬਿਮਾਰੀਆਂ ਤੋਂ ਅਸੀਂ ਉਹਨਾਂ ਨੂੰ ਬਚਾ ਸਕੀਏ। ਉਸ ਤੋਂ ਬਾਅਦ ਹੈਗਾ ਪੋਲਟਰੀ ਫਾਰਮਸ ਦੇ ਵਿੱਚ ਜਿਹੜੇ ਸਾਡੇ ਵਰਕਰਸ ਹੈ ਉਹ ਕੰਮ ਕਰਦੇ ਨੇ, ਉਹਨਾਂ ਨੂੰ ਜਿਹੜਾ ਹੈ ਕਾਰਪਲ ਟਨਲ ਸਿੰਡਰੋਮ ਨਾਮ ਦੀ ਜਿਹੜੀ ਹੈ ਇੱਕ ਪ੍ਰੋਬਲਮ ਹੋ ਜਾਂਦੀ ਹੈ, ਹੋ ਸਕਦੀ ਹੈ, ਕਿਉਂਕਿ ਲਗਾਤਾਰ ਬਰਡ ਫਲੂ ਹੋ ਗਈ ਜਾਂ ਜਿਹੜੀਆਂ ਵੀ ਬਿਮਾਰੀਆਂ ਆਉਂਦੀਆਂ ਨੇ ਉਹ ਇਹਨਾਂ ਦੇ ਵਿੱਚ ਹੈਂਡਸ ਦੇ ਵਿੱਚ ਸਭ ਤੋਂ ਜਲਦੀ ਆ ਜਾਂਦੀਆਂ ਨੇ। ਇਸ ਕਰਕੇ ਇਹਨਾਂ ਨੂੰ ਵੀ ਉੱਥੇ ਆਪਣੀ ਸਿਹਤ ਦਾ ਧਿਆਨ ਰੱਖਣ ਵਾਸਤੇ ਪੀਰੀਅਡਿਕਲੀ ਜਿਹੜਾ ਹੈ ਕੁਆਟਰਲੀ ਜਿਹੜਾ ਆਪਣਾ ਚੈੱਕਅਪ ਕਰਵਾਉਣਾ ਜ਼ਰੂਰੀ ਹੈ ਇਹਨਾਂ ਵਰਕਰਸ ਦਾ, ਤਾਂ ਕਿ ਇਹਨਾਂ ਦੀ ਅਗਰ ਕੋਈ ਵੀ ਪ੍ਰੋਬਲਮ ਹੁੰਦੀ ਹੈ ਤਾਂ ਤੁਰੰਤ ਉਸਦਾ ਪਤਾ ਲੱਗ ਸਕੇ। ਇਹ ਤੁਹਾਨੂੰ ਉਹ ਬਿਮਾਰੀਆਂ ਦੱਸੀਆਂ ਜਾ ਰਹੀਆਂ ਨੇ ਜਿਹੜੀਆਂ ਸਾਡੇ ਵਿਵਸਾਇਕ ਖਤਰੇ ਦੇ ਅੰਤਰਗਤ ਆਉਂਦੀਆਂ ਨੇ, ਜਿੱਥੇ ਕਿ ਅਸੀਂ ਇਹ ਵਾਲੇ ਕੰਮ ਅਸੀਂ ਆਪਣੇ ਆਲੇ ਦੁਆਲੇ ਦੇਖਦੇ ਹਾਂ ਰੂਟੀਨ ਦੇ ਵਿੱਚ। ਉਸ ਤੋਂ ਬਾਅਦ ਆ ਜਾਂਦੀ ਹੈ ਕੰਪਿਊਟਰ ਦੇ ਉੱਪਰ ਜਿਹੜੇ ਬੰਦੇ ਲਗਾਤਾਰ ਕੰਮ ਕਰਦੇ ਨੇ, ਉਹਨਾਂ ਨੂੰ ਵੀ ਇੱਕ ਵਿਜ਼ਨ ਸਿੰਡਰੋਮ ਨਾਮ ਦੀ ਜਿਹੜੀ ਆ ਪ੍ਰੋਬਲਮ ਹੋ ਜਾਂਦੀ ਹੈ ਕਈ ਵਾਰੀ। ਹੁਣ ਵਿਜ਼ਨ ਸਿੰਡਰੋਮ ਕਿਆ ਹੈਗਾ, ਇਹਦੇ ਵਿੱਚ ਕਿਆ ਹੁੰਦਾ ਹੈ ਕਿ ਅੱਖਾਂ ਦੇ ਵਿੱਚ ਇੱਕ ਡਰਾਈਨੈਸ ਹੁੰਦੀ ਹੈ, ਅੱਖਾਂ ਦੇ ਵਿੱਚ ਅਸੀਂ ਕਈ ਵਾਰੀ ਉਹਨੂੰ ਮਸਲਦੇ ਹਾਂ ਅੱਖਾਂ ਨੂੰ, ਸਾਨੂੰ ਐਵੇਂ ਸੁੱਕਾਪਨ ਜਿਹਾ ਮਹਿਸੂਸ ਹੁੰਦਾ ਹੈਗਾ। ਇਹ ਪ੍ਰੋਬਲਮਸ ਤਾਂ ਹੁੰਦੀਆਂ ਨੇ ਜਦੋਂ ਅਸੀਂ ਕਾਫੀ ਲੰਬਾ ਚਿਰ ਜਿਹੜਾ ਕੰਪਿਊਟਰ ਦੇ ਉੱਤੇ ਬੈਠ ਕੇ ਕੰਮ ਕਰਦੇ ਰਹਿੰਦੇ ਹਾਂ, ਸਾਨੂੰ ਅੱਖਾਂ ਦੇ ਵਿੱਚ ਥਕਾਵਟ ਹੋਣ ਲੱਗ ਜਾਂਦੀ ਹੈ। ਇੱਥੇ ਕੰਪਿਊਟਰ ਦੇ ਨਾਲ ਟੀਵੀ ਵੀ ਹੈ ਜਿਹੜਾ ਉਹ ਵੀ ਇਹੀ ਚੀਜ਼ ਕਰਦਾ ਹੈ, ਵਿਜ਼ਨ ਸਿੰਡਰੋਮ ਉੱਥੇ ਵੀ ਪੈਦਾ ਹੁੰਦੀ ਹੈ। ਜਦੋਂ ਤੁਸੀਂ ਲਗਾਤਾਰ ਟੀਵੀ ਦੇਖੋਗੇ ਤੁਹਾਨੂੰ ਆਪ ਨੂੰ ਫਿਰ ਬਾਅਦ ਚ ਅੱਖਾਂ ਨੂੰ ਥਕਾਵਟ ਮਹਿਸੂਸ ਹੋਏਗੀ। ਤਾਂ ਇਹਦੇ ਵਾਸਤੇ ਸਾਨੂੰ ਕੀ ਕਰਨਾ ਹੈ ਕਿ ਹਰ 15-20 ਮਿੰਟ ਅੱਧੇ ਘੰਟੇ ਦੇ ਬਾਅਦ ਸਾਨੂੰ ਉੱਠ ਕੇ ਕੁਛ ਨਾ ਕੁਛ ਆਪਣੀਆਂ ਅੱਖਾਂ ਤੇ ਠੰਡੇ ਪਾਣੀ ਦੇ ਜਿਹੜੇ ਨੇ ਛਿੱਟੇ ਮਾਰ ਲੈਣੇ ਚਾਹੀਦੇ ਨੇ। ਕੋਈ ਸਾਨੂੰ ਆਈ ਡ੍ਰੌਪ ਜਿਹੜੀ ਹੈ ਉਹ ਪ੍ਰਯੋਗ ਕਰ ਲੈਣੀ ਚਾਹੀਦੀ ਹੈ, ਜਿਸ ਨਾਲ ਕਿ ਅਸੀਂ ਇਹਨਾਂ ਬਿਮਾਰੀਆਂ ਤੋਂ ਜਿਹੜੀਆਂ ਬਚ ਸਕੀਏ। ਜਿਹੜੇ ਸਾਡੇ ਵਰਕਰ ਵੀ ਕਿਸੇ ਅਗਰ ਫੈਕਟਰੀ ਦੇ ਵਿੱਚ ਇੰਡਸਟਰੀ ਵਿੱਚ ਕੰਮ ਕਰ ਰਹੇ ਨੇ, ਚਾਹੇ ਉਹ ਸਾਡੇ ਮੈਨੇਜਰ ਹੈ, ਉਹਨਾਂ ਨੂੰ ਅਸੀਂ ਪੀਰੀਓਡਿਕਲੀ ਕਹੀਏ ਕਿ ਉਹ ਆਪਣੀਆਂ ਅੱਖਾਂ ਦਾ ਧਿਆਨ ਰੱਖਦੇ ਹੋਏ ਬਾਰ-ਬਾਰ ਪਾਣੀ ਦੇ ਛਿੱਟੇ ਜ਼ਰੂਰ ਮਾਰਦੇ ਰਹਿਣ। ਉਸ ਤੋਂ ਬਾਅਦ ਲਾਸਟ ਦੇ ਵਿੱਚ ਆਉਂਦਾ ਹੈਗਾ ਜਿਹੜੇ ਨਿਊਕਲੀਅਰ ਪਲਾਂਟਸ ਹੈ। ਨਿਊਕਲੀਅਰ ਪਲਾਂਟਸ ਹੁੰਦੇ ਨੇ ਚਾਹੇ ਜਿੱਥੇ ਕੋਈ ਬਿਜਲੀ ਪੈਦਾ ਹੋ ਰਹੀ ਹੈ, ਜਾਂ ਹੋਰ ਜਿਹੜੇ ਸਾਡੇ ਨਿਊਕਲੀਅਰ ਪਲਾਂਟਸ ਹੈ ਜਿੱਥੇ ਸਾਡੇ ਵਰਕਰਸ ਕੰਮ ਕਰ ਰਹੇ ਨੇ, ਤਾਂ ਉਹਨਾਂ ਨੂੰ ਰੇਡੀਏਸ਼ਨ ਸਿਕਨੈਸ ਨਾਮ ਦੀ ਇੱਕ ਬਿਮਾਰੀ ਹੋ ਜਾਂਦੀ ਹੈ, ਜਿਸ ਦੇ ਵਿੱਚ ਸਾਰੇ ਸਾਡੀ ਪਿੱਠ ਤੇ ਪੇਟ ਤੇ ਕੋਈ ਲਾਲ ਲਾਲ ਜੇ ਜਿਹੜੇ ਨੇ ਦਾਣੇ ਹੋ ਜਾਂਦੇ ਨੇ, ਜਾਂ ਕੁਝ ਇਸ ਤਰੀਕੇ ਦੀ ਸਕਿਨ ਰਿਲੇਟਡ ਜਿਹੜੀਆਂ ਰੇਡੀਏਸ਼ਨਸ ਜਿਹੜੀਆਂ ਨੇ ਉਹ ਹੋ ਜਾਂਦੀਆਂ ਨੇ। ਤਾਂ ਇਹਨਾਂ ਦਾ ਜਿਹੜਾ ਪੀਰੀਅਡਿਕਲ ਚੈੱਕਅਪ ਜਿਹੜਾ ਹੈਗਾ ਉਹ ਬਹੁਤ ਜ਼ਰੂਰੀ ਹੈਗਾ। ਹੁਣ ਮੈਂ ਇੱਥੇ ਤੁਹਾਨੂੰ ਇਹ ਵੀ ਕਹਿਣਾ ਚਾਹਾਂਗਾ ਕਿ ਦੇਖੋ ਕਈ ਤਰ੍ਹਾਂ ਦੀਆਂ ਇੰਡਸਟਰੀਜ਼ ਚੱਲ ਰਹੀਆਂ ਨੇ ਜਿੱਥੇ ਸਾਡੇ ਵਰਕਰ ਕਾਫੀ ਜੋਖਿਮ ਲੈ ਕੇ ਤੁਹਾਡੇ ਲਈ ਚੀਜ਼ਾਂ ਬਣਾ ਰਹੇ ਨੇ, ਤੁਹਾਨੂੰ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਨੇ। ਤਾਂ ਸਾਡੇ ਜਿਹੜੇ ਸੁਪਰਵਾਈਜ਼ਰ ਹੈ, ਫੈਕਟਰੀ ਦੇ ਮਾਲਕ ਹੈ, ਓਨਰ ਹੈ ਜਾਂ ਇੰਡਸਟਰੀਅਲਿਸਟ ਹੈ, ਉਹਨਾਂ ਦਾ ਫਰਜ਼ ਬਣਦਾ ਹੈ ਕਿ ਨੈਤਿਕ ਤੌਰ ਤੇ ਉਹ ਇਹਨਾਂ ਦਾ ਧਿਆਨ ਰੱਖਣ ਵਰਕਰਾਂ ਦਾ, ਕਿਉਂਕਿ ਉਹ ਤੁਹਾਡੇ ਲਈ ਹੀ ਇਹ ਸਾਰਾ ਕੁਝ ਕਰ ਰਹੇ ਨੇ। ਤਾਂ ਜਿਹੜੇ ਵੀ ਸਟੂਡੈਂਟਸ ਜਿਹੜੇ ਨੇ ਅਗਰ ਕਿਸੇ ਵੀ ਤਰ੍ਹਾਂ ਦੀ ਕੋਈ ਕੁਐਰੀ ਹੈਗੀ ਹੈ ਤਾਂ ਉਹ ਪੁੱਛ ਸਕਦੇ ਨੇ। ਮੈਂ ਉਹਨਾਂ ਨੂੰ ਸਟੋਪ ਸ਼ੇਅਰ ਕਰ ਰਿਹਾ। ਵਿੱਚ ਜਿਹੜੇ ਹੱਥ ਖੜੇ ਕਰ ਰਹੇ ਸੀਗੇ, ਜਿਨ੍ਹਾਂ ਨੇ ਕੋਈ ਵੀ ਅਗਰ ਸਵਾਲ ਪੁੱਛਣਾ ਹੋਏਗਾ ਤਾਂ ਉਹ ਪੁੱਛ ਸਕਦੇ ਨੇ। ਹਾਂਜੀ ਸਰ, ਅਥਾਰਟੀ ਦੇਤੀ ਹੈ ਅਨਮਿਊਟ ਕਰਨ ਦੀ, ਪੁੱਛ ਸਕਦੇ ਅਗਰ ਕਿਸੇ ਦਾ ਕੁਐਸਚਨ। ਠੀਕ ਹੈ, ਕੋਈ ਅਗਰ ਹੈਂਡ ਰੇਜ਼ ਹੋਏਗਾ ਤਾਂ ਕਰ ਸਕਦਾ ਹੈ, ਜਿਹੜਾ ਵੀ ਜਿਸਨੇ ਵੀ ਕੋਈ ਸਵਾਲ ਪੁੱਛਣਾ ਹੋਵੇ ਤਾਂ ਪੁੱਛ ਸਕਦਾ ਜੀ। सब एक दूसरे का करना है, अपने बना के नहीं साथ चट्टी ਮੇਰੇ ਸਰ ਹਾਂਜੀ, ਮੈਨੂੰ ਲੱਗਦਾ ਕਿ ਕੋਈ ਹੈ ਨਹੀਂ ਹੈਂਡ ਰੇਜ਼। ਕੋਈ ਨਹੀਂ ਸਰ, ਕੋਈ ਕੰਟੀਨਿਊ ਕਰ ਲਓ।
ਠੀਕ ਹੈ। ਤਾਂ ਦੇਖੋ, ਕਿਉਂਕਿ ਕੋਈ ਸਵਾਲ ਨਹੀਂ ਸੀ, ਇੱਕ ਵਾਰੀ ਲਾਸਟ ਦੇ ਵਿੱਚ ਇਸਨੂੰ ਰਿਵਾਈਜ਼ ਕੀਤਾ ਜਾ ਰਿਹਾ ਜਲਦੀ ਦੇ ਨਾਲ। ਪੰਜ ਤਰੀਕੇ ਦੇ ਸਾਡੇ ਕੋਲ ਟੋਟਲ ਹਜ਼ਾਰਡਸ ਨੇ, ਪੰਜ ਤਰੀਕੇ ਦੇ ਸਾਡੇ ਵਿਵਸਾਇਕ ਖਤਰੇ ਨੇ। ਤਾਂ ਇਹਨਾਂ ਦੇ ਵਿੱਚ ਸਾਈਕੋਲੋਜੀਕਲ, ਫਿਜ਼ੀਕਲ, ਬਾਇਓਲੋਜੀਕਲ, ਕੈਮੀਕਲ ਔਰ ਇਰਗੋਨੋਮਿਕ ਜਿਹੜੇ ਨੇ ਪੰਜ ਤਰੀਕੇ ਦੇ ਸਾਡੇ ਹਜ਼ਾਰਡਸ ਨੇ, ਖਤਰੇ ਨੇ, ਜਿਹਦੇ ਸਾਡੇ ਵਰਕ ਰਿਲੇਟਿਡ ਜਿਹੜੇ ਨੇ, ਜਿੱਥੇ ਅਸੀਂ ਕੰਮ ਕਰਦੇ ਹਾਂ ਜਾਂ ਸਾਡੇ ਵਰਕਰ ਕੰਮ ਕਰ ਰਹੇ ਨੇ, ਉਹਨਾਂ ਦੀ ਸਿਹਤ ਨੂੰ ਲੈ ਕੇ ਜਿਹੜੇ ਨੇ ਪੰਜ ਤਰੀਕੇ ਦੇ ਖਤਰੇ ਨੇ। ਇੱਕ ਸਵਾਲ ਵਿੱਚ ਆਇਆ ਹੈ ਸਰ, ਹੈਂਡ ਰੇਜ਼ ਹੋਇਆ। ਜਿਨ੍ਹਾਂ ਨੇ ਵੀ ਹੈਂਡ ਰੇਜ਼ ਕਰਨੇ ਉਹ ਕਰ ਲੈਣ ਪਹਿਲਾਂ, ਇੱਕੋ ਵਾਰੀ ਲਾਸਟ ਦੇ ਵਿੱਚ ਮੈਂ ਪੁੱਛ ਲਾਂਗਾ ਉਹਨਾਂ ਨੂੰ। ਤਾਂ ਫਿਜ਼ੀਕਲ ਹਜ਼ਾਰਡਸ ਸਭ ਤੋਂ ਪਹਿਲਾਂ ਅਸੀਂ ਆਪਣੇ ਕਿਹੜੇ ਨੇ, ਜਿਹਦੇ ਵਿੱਚ ਸਾਡੇ ਗਿਰਨ ਦਾ ਹੋ ਗਿਆ, ਹਾਈਟਸ ਤੋਂ ਉੱਪਰ ਜਿਹੜੇ ਸਾਡੀ ਲੇਬਰ ਕੰਮ ਕਰ ਰਹੀ ਹੈ, ਉਹਨਾਂ ਨੇ ਕਿਵੇਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਹੈ, ਕਿਸ ਤਰੀਕੇ ਦੇ ਨਾਲ ਉਹਨਾਂ ਨੇ ਧਿਆਨ ਰੱਖਣਾ। ਸਲਿਪਸ ਐਂਡ ਟ੍ਰਿਪਸ ਦਾ, ਸ਼ੋਰ ਦਾ ਹੋ ਗਿਆ ਕਿ ਜਿੱਥੇ ਸ਼ੋਰ ਹੋਏਗਾ ਉਹਦੇ ਨਾਲ ਕਿਹੜੇ ਸਾਡੇ ਹੀਅਰਿੰਗ ਲੋਸ, ਕਿਸ ਤਰੀਕੇ ਦੇ ਸਾਨੂੰ ਬਿਮਾਰੀਆਂ ਹੋ ਸਕਦੀਆਂ ਨੇ। ਇਹ ਸਾਡੇ ਕਾਰਪੈਂਟਰ ਹੋ ਗਏ, ਕੰਸਟਰਕਸ਼ਨ ਵਰਕਰ ਹੋ ਗਏ, ਤੇ ਉਹਨਾਂ ਨੇ ਪੀਰੀਅਡਿਕਲੀ ਆਪਣੇ ਕੰਨਾਂ ਦਾ ਜਿਹੜਾ ਚੈੱਕਅਪ ਕਰਵਾਉਂਦੇ ਰਹਿਣਾ ਹੈਗਾ ਜਿੱਥੇ ਸ਼ੋਰ ਹੋਵੇ। ਜਿਹੜੇ ਵਰਕਰ ਗਲਾਸ ਮੈਨੂਫੈਕਚਰਿੰਗ ਦੇ ਵਿੱਚ ਕੰਮ ਕਰਦੇ ਨੇ, ਉਹਨਾਂ ਨੂੰ ਜਿਹੜੇ ਬਹੁਤ ਜ਼ਿਆਦਾ ਗਰਮ ਜਾਂ ਠੰਡੇ ਵਾਤਾਵਰਣ ਦੇ ਵਿੱਚ ਕੰਮ ਕਰਦੇ ਨੇ, ਤਾਂ ਉਹਨਾਂ ਨੂੰ ਵੀ ਇਹਦੇ ਨਾਲ ਹੀਟ ਸਟ੍ਰੈਸ ਹੋ ਗਿਆ, ਮੋਤੀਆਬਿੰਦ ਹੋ ਗਿਆ, ਇਸ ਤਰੀਕੇ ਦੀਆਂ ਸ਼ਿਕਾਇਤਾਂ ਜਿਹੜੀਆਂ ਹੋ ਸਕਦੀਆਂ ਨੇ। ਜਿਹੜੇ ਵਰਕਰ ਜਾਂ ਹੈਲਥ ਵਰਕਰਸ ਨੇ, ਜਿਹੜੇ ਰੇਡੀਏਸ਼ਨ ਵਾਲੇ ਏਰੀਆ ਵਿੱਚ ਕੰਮ ਕਰਦੇ ਨੇ, ਜਿੱਥੇ ਕਿ ਰੇਡੀਏਸ਼ਨ ਬਹੁਤ ਜ਼ਿਆਦਾ ਹੁੰਦੀ ਹੈ, ਚਾਹੇ ਉਹ ਰੇਡੀਏਸ਼ਨ ਐਕਸਰੇ ਦੀ ਹੋਵੇ, ਚਾਹੇ ਅਲਟਰਾਸਾਊਂਡ ਦੀ ਹੋਵੇ, ਤਾਂ ਉਹਨਾਂ ਨੂੰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਉੱਥੇ ਹੋ ਸਕਦੀਆਂ ਨੇ। ਉਹਨਾਂ ਨੇ ਆਪਣਾ ਬਚਾਓ ਰੱਖਣਾ ਹੈਗਾ, ਪੀਰੀਅਡਿਕਲੀ ਚੈੱਕਅਪ ਕਰਵਾਉਂਦੇ ਰਹਿਣਾ ਹੈਗਾ। ਉਸ ਤੋਂ ਬਾਅਦ ਕੈਮੀਕਲ ਹਜ਼ਾਰਡਸ ਦੇ ਵਿੱਚ ਜਿਹੜੇ ਸਾਡੇ ਸੋਲਵੈਂਟਸ ਨੇ, ਤਰਲ ਪਦਾਰਥ, ਪੇਂਟ ਹੋ ਗਏ, ਜਿੱਥੇ ਦਵਾਈਆਂ ਬਣਦੀਆਂ, ਪੈਸਟੀਸਾਈਡਸ ਬਣਦੇ ਆ, ਉੱਥੇ ਵੀ ਕਈ ਤਰ੍ਹਾਂ ਦੇ ਕੈਮੀਕਲ ਹਜ਼ਾਰਡਸ ਹੈ, ਕਈ ਤਰ੍ਹਾਂ ਦੇ ਕੈਮੀਕਲੀ ਖਤਰੇ ਹੈ ਜਿਹੜੇ ਉੱਥੇ ਵਰਕਰਸ ਕੰਮ ਕਰ ਰਹੇ ਨੇ। ਜਿਹੜੇ ਪੇਂਟ ਇੰਡਸਟਰੀ ਵਿੱਚ ਕੰਮ ਕਰ ਰਹੇ ਆ ਬੰਦੇ, ਉਹਨਾਂ ਨੂੰ ਕਈ ਤਰੀਕੇ ਦੀਆਂ ਬਿਮਾਰੀਆਂ ਜਿਹੜੀਆਂ ਨੇ, ਐਨੀਮੀਆ ਹੋ ਗਈ, ਕਿਡਨੀ ਡੈਮੇਜ ਹੋ ਗਈ, ਇਸ ਤਰੀਕੇ ਦੀਆਂ ਹੋ ਸਕਦੀਆਂ ਨੇ। ਜਿਹੜੇ ਪੈਸਟੀਸਾਈਡਸ ਦਾ ਕੰਮ ਕਰਦੇ ਨੇ, ਜਿਹੜੇ ਛਿੜਕਾਓ ਕਰਦੇ ਨੇ ਕੀੜੇ ਮਾਰ ਦਵਾਈਆਂ ਦਾ, ਚਾਹੇ ਉਹ ਸਿਉਂਕ ਦੀ ਦਵਾਈ ਹੋਵੇ, ਚਾਹੇ ਉਹ ਫਸਲਾਂ ਦੇ ਉੱਪਰ ਦਵਾਈ ਹੋਵੇ, ਤਾਂ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਹੈ ਬਚਾ ਕੇ ਰੱਖਣਾ ਹੈ। ਜਿਹੜੇ ਵਰਕਰਸ ਵੈਲਡਿੰਗ ਦਾ ਕੰਮ ਕਰਦੇ ਨੇ, ਉਹਨਾਂ ਨੂੰ ਵੀ ਲੈਡ, ਮਰਕਰੀ ਜਿਹੜੀ ਹੈ ਉਸ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਹੈਗਾ। ਜਿਹੜੇ ਗੈਸਿਸ ਦੇ ਵਿੱਚ ਕੰਮ ਕਰਦੇ ਨੇ, ਜਿਹੜੇ ਕਾਰਬਨ ਮੋਨੋਆਕਸਾਈਡ ਦੇ ਨਾਲ ਡੀਲ ਕਰ ਰਹੇ ਆ, ਸਲਫਰ ਗੈਸ ਦੇ ਨਾਲ ਆਪਣੇ ਆਪ ਨੂੰ ਡੀਲ ਕਰਦੇ ਨੇ, ਜਿਹੜੇ ਕਿ ਕੋਲੇ ਦੀਆਂ ਖਦਾਨਾਂ ਵਿੱਚ ਜਾਂਦੇ ਨੇ, ਚਾਹੇ ਉਹ ਸੀਵਰੇਜ ਦੇ ਟਨਲ ਵਿੱਚ ਜਾਂਦੇ ਨੇ, ਚਾਹੇ ਟਨਲਸ ਦੇ ਵਿੱਚ ਜਾਂਦੇ ਨੇ, ਉਹਨਾਂ ਨੂੰ ਵੀ ਆਪਣੇ ਆਪ ਨੂੰ ਬਚਾ ਕੇ ਰੱਖਣ ਵਾਸਤੇ ਜੋ ਪ੍ਰੀਕੋਸ਼ਨਸ ਆ ਉਹ ਲੈਣੀਆਂ ਨੇ। ਉਸ ਤੋਂ ਬਾਅਦ ਬਾਇਓਲੋਜੀਕਲ ਹਜ਼ਾਰਡਸ ਹੈ, ਜਿਹੜੇ ਕਿ ਸਾਡੇ ਬਿਲਕੁਲ ਜ਼ਿਆਦਾਤਰ ਸਾਡੇ ਜਿਹੜੇ ਕਿਸਾਨ ਹੈ, ਹੈਲਥ ਕੇਅਰ ਵਰਕਰਸ ਹੈ, ਉਹਨਾਂ ਨੂੰ ਝੇਲਣੇ ਪੈ ਰਹੇ ਹੈ। ਜਿਵੇਂ ਅੱਜ ਕੱਲ੍ਹ ਕਰੋਨਾ ਵਾਇਰਸ ਚੱਲ ਰਿਹਾ ਹੈ, ਜਿਹੜੇ ਡਾਕਟਰਸ ਹੈ, ਨਰਸਿਸ ਹੈ, ਉਹਨਾਂ ਨੂੰ ਇਸ ਬਿਮਾਰੀ ਨਾਲ ਦੋ ਚਾਰ ਹੋਣਾ ਪੈ ਰਿਹਾ। ਸਾਈਕੋਲੋਜੀਕਲ ਹਜ਼ਾਰਡਸ ਦੇ ਵਿੱਚ ਜਿੱਥੇ ਅਸੀਂ ਕੰਮ ਕਰਦੇ ਹਾਂ, ਉੱਥੇ ਕਿਸ ਤਰੀਕੇ ਦਾ ਵਾਤਾਵਰਨ ਹੈ। 2020 ਤੋਂ ਲੈ ਕੇ 2025 ਤੱਕ ਜਿਹੜੀ ਹੈ, ਸਭ ਤੋਂ ਜ਼ਿਆਦਾ ਐਂਜ਼ਾਈਟੀ ਔਰ ਡਿਪਰੈਸ਼ਨ ਦੇ ਹੀ ਬਿਮਾਰ ਜਿਹੜੇ ਹੋਣਗੇ ਪੇਸ਼ੈਂਟ, ਕਿਉਂਕਿ ਜਿੱਥੇ ਵਰਕਰ ਕੰਮ ਕਰ ਰਹੇ ਨੇ, ਕਈ ਵਾਰੀ ਉੱਥੇ ਮਾਹੌਲ ਜਿਹੜਾ ਹੈਗਾ ਉਹ ਪੂਰੀ ਤਰ੍ਹਾਂ ਦੇ ਨਾਲ ਅੱਛਾ ਨਹੀਂ ਹੈਗਾ ਕੰਮ ਕਰਨ ਲਈ, ਪਰ ਉਹਨਾਂ ਨੂੰ ਮਜਬੂਰੀ ਵਸ਼ ਕੰਮ ਕਰਨਾ ਪੈਂਦਾ ਹੈ। ਆਪਣੇ ਜਿਹੜੇ ਸੀਨੀਅਰਸ ਨੇ, ਬੌਸ ਨੇ, ਉਹਨਾਂ ਨਾਲ ਐਡਜਸਟਮੈਂਟ ਕਰਨੀ ਪੈਂਦੀ ਹੈ। ਤਾਂ ਇਹ ਸਾਈਕੋਲੋਜੀਕਲ ਹਜ਼ਾਰਡਸ ਦੇ ਅੰਦਰ ਆਉਂਦਾ ਹੈਗਾ। ਮੈਕੈਨੀਕਲ ਹਜ਼ਾਰਡਸ ਦੇ ਵਿੱਚ ਆਉਂਦਾ ਹੈਗਾ, ਜਿੱਥੇ ਕਿ ਪੁਰਾਣੀਆਂ ਮਸ਼ੀਨਾਂ, ਉਹਨਾਂ ਦਾ ਥੋੜਾ ਰੱਖ ਰਖਾਓ, ਇਸ ਤਰੀਕੇ ਦੇ ਜਿਹੜੇ ਸਾਡੇ ਮਕੈਨੀਕਲ ਹਜ਼ਾਰਡਸ ਦੇ ਅੰਦਰ ਇਹ ਸਾਰੀਆਂ ਚੀਜ਼ਾਂ ਆਉਂਦੀਆਂ ਨੇ। ਅਗਰ ਉੱਥੇ ਇਹਨਾਂ ਚੀਜ਼ਾਂ ਦਾ ਧਿਆਨ ਨਹੀਂ ਦਿੱਤਾ ਜਾਂਦਾ ਤਾਂ ਸਾਨੂੰ ਕੋਈ ਕੱਟ ਲੱਗਣ ਦਾ, ਕੋਈ ਕ੍ਰਸ਼ ਇੰਜਰੀ ਦਾ, ਇਸ ਤਰੀਕੇ ਦਾ ਖਤਰਾ ਹੋ ਸਕਦਾ ਹੈ।
ਈਰੋਗੋਨੋਮਿਕ ਫੈਕਟਰਸ ਦੇ ਅੰਦਰ ਆਉਂਦਾ ਹੈ ਕਿ ਜਿਹੜਾ ਸਾਡਾ ਉੱਠਣ ਬੈਠਣ ਦਾ ਪੋਸਚਰ ਹੈਗਾ, ਅਗਰ ਉਹ ਠੀਕ ਨਹੀਂ ਹੈ ਤਾਂ ਉਹਦੇ ਨਾਲ ਵੀ ਸਾਨੂੰ ਕਈ ਤਰ੍ਹਾਂ ਦੀਆਂ ਫਿਜ਼ੀਕਲ ਜਿਹੜੀਆਂ ਦਿੱਕਤਾਂ ਆ ਸਕਦੀਆਂ, ਕੋਈ ਰੀੜ੍ਹ ਦੀ ਹੱਡੀ ਦੀ ਪ੍ਰੋਬਲਮ, ਕੋਈ ਸਾਡੀ ਕਮਰ ਦਰਦ ਦੀ ਪ੍ਰੋਬਲਮ, ਇਸ ਤਰੀਕੇ ਦੀਆਂ ਦਿੱਕਤਾਂ ਸਾਨੂੰ ਆ ਸਕਦੀਆਂ। ਇਸ ਚਿੱਤਰ ਦੇ ਵਿੱਚ ਤੁਹਾਨੂੰ ਦਿਖਾਇਆ ਹੈ ਕਿ ਕੋਲੇ ਦੀਆਂ ਖਦਾਨਾਂ ਵਿੱਚ ਜਿਹੜੇ ਬੰਦੇ ਕੰਮ ਕਰਦੇ ਨੇ ਉਹਨਾਂ ਨੂੰ ਇੱਕ ਬਲੈਕ ਲੰਗ ਨਾਮ ਦੀ ਪ੍ਰੋਬਲਮ ਹੈ, ਜਿਹੜੀ ਆਮ ਤੌਰ ਤੇ ਉਹਨਾਂ ਨੂੰ ਹੋ ਜਾ ਸਕਦੀ ਹੈ। ਜਿਹੜੇ ਕੋਟਨ ਟੈਕਸਟਾਈਲ ਦੇ ਵਿੱਚ ਕੰਮ ਕਰਦੀ ਹੈ ਲੇਬਰ, ਉਸਨੂੰ ਬਿਸਨੋਸਿਸ ਨਾਮ ਦੀ ਇੱਕ ਜਿਹੜੀ ਪ੍ਰੋਬਲਮ ਹੈ ਉਹ ਹੋ ਸਕਦੀ ਹੈ। ਉਹਨਾਂ ਨੂੰ ਆਪਣਾ ਜਿਹੜਾ ਹੈ ਧਿਆਨ ਰੱਖਣਾ ਚਾਹੀਦਾ ਹੈਗਾ। ਧਿਆਨ ਇਸ ਤਰੀਕੇ ਰੱਖ ਸਕਦੇ ਹਾਂ ਕਿ ਹਰ ਕੁਆਟਰਲੀ ਉਹ ਆਪਣਾ ਜਿਹੜਾ ਹੈ ਚੈੱਕਅਪ ਇਸ ਬਿਮਾਰੀ ਦੇ ਨਾਲ ਰਿਲੇਟਿਡ ਜਿਹੜੇ ਟੈਸਟ ਨੇ ਉਹ ਪੀਰੀਅਡਿਕਲੀ ਉਹ ਕਰਵਾਉਂਦੇ ਰਹਿਣ। ਜਿਹੜੇ ਪਾਣੀ ਦੇ ਨਾਲ ਜੁੜੇ ਹੋਏ ਕੰਮ ਕਰ ਰਹੇ ਆ ਬੰਦੇ, ਉਹਨਾਂ ਨੂੰ ਚਾਹੀਦਾ ਹੈ ਕਿ ਉਹ ਗਲਵਜ਼ ਦਾ ਪ੍ਰਯੋਗ ਕਰਨ, ਰਬੜ ਸ਼ੂਜ਼ ਤੇ ਰਬੜ ਗਲਵਜ਼ ਜਿਹੜੇ ਆ ਉਹ ਪਾ ਕੇ ਰੱਖਣ ਤੇ ਆਪਣੇ ਆਪ ਨੂੰ ਬਚਾ ਕੇ ਰੱਖਣ, ਤਾਂ ਹੀ ਉਹ ਇਸ ਇੰਡਸਟਰੀ ਦੇ ਵਿੱਚ ਕੰਮ ਕਰ ਸਕਦੇ ਨੇ। ਅਗਰ ਉਹ ਆਪਣੇ ਆਪ ਨੂੰ ਨਹੀਂ ਬਚਾ ਕੇ ਰੱਖਦੇ ਤਾਂ ਉਹਨਾਂ ਨੂੰ ਸਕਿਨ ਰਿਲੇਟਿਡ ਜਿਹੜੀਆਂ ਪ੍ਰੋਬਲਮ ਹੋ ਸਕਦੀਆਂ ਨੇ। ਜਿਹੜੇ ਪੋਲਟਰੀ ਫਾਰਮ ਦੇ ਵਿੱਚ ਬੰਦੇ ਕੰਮ ਕਰ ਰਹੇ ਨੇ ਉਹਨਾਂ ਨੂੰ ਕਾਰਪਲ ਟਨਲ ਸਿੰਡਰੋਮ ਨਾਮ ਦੀ ਇੱਕ ਜਿਹੜੀ ਹੈ ਬਿਮਾਰੀ ਹੋ ਸਕਦੀ ਹੈ, ਤਾਂ ਉਹਨਾਂ ਨੂੰ ਆਪਣੇ ਆਪ ਨੂੰ ਬਚਾ ਕੇ ਰੱਖਣਾ ਹੈਗਾ। ਜਿਹੜੇ ਕੰਪਿਊਟਰ ਤੇ ਲਗਾਤਾਰ ਕੰਮ ਕਰ ਰਹੇ ਨੇ ਉਹ ਹਰੇਕ ਘੰਟੇ ਬਾਅਦ, ਅੱਧੇ ਪੌਣੇ ਘੰਟੇ ਬਾਅਦ ਆਪਣੀ ਅੱਖਾਂ ਨੂੰ ਜਿਹੜਾ ਰੈਸਟ ਜ਼ਰੂਰ ਦੇਣ, ਚਾਹੇ ਉਹ ਪਾਣੀ ਦੇ ਛਿੱਟੇ ਮਾਰ ਕੇ ਦੇਣ, ਚਾਹੇ ਕੋਈ ਆਈ ਡ੍ਰੌਪਸ ਜਿਹੜੀਆਂ ਨੇ ਉਹ ਆਪਣੇ ਅੰਦਰ ਅੱਖਾਂ ਵਿੱਚ ਪਾਉਣ। ਜਿਹੜੇ ਨਿਊਕਲੀਅਰ ਪਲਾਂਟ ਦੇ ਵਿੱਚ ਕੰਮ ਕਰਨ ਵਾਲੇ ਬੰਦੇ ਨੇ ਉਹਨਾਂ ਨੂੰ ਰੇਡੀਏਸ਼ਨ ਸਿਕਨੈਸ ਨਾਮ ਦੀ ਇੱਕ ਪ੍ਰੋਬਲਮ ਹੋ ਸਕਦੀ ਹੈ, ਤਾਂ ਉਹਨਾਂ ਨੂੰ ਵੀ ਜਿਹੜਾ ਪੀਰੀਅਡਿਕਲ ਚੈੱਕਅਪ ਜਿਹੜਾ ਹੈ ਜ਼ਰੂਰੀ ਹੈ ਸਾਡੇ ਵਰਕਰਸ ਨੂੰ। ਤਾਂ ਦੇਖ ਲੈਂਦੇ ਹਾਂ ਕਿ ਜੇ ਕਿਸੇ ਦੀ ਕੋਈ ਕੁਐਰੀ ਹੈ ਸਰ ਤਾਂ ਆਪਾਂ ਪੁੱਛ ਲੈਂਦੇ ਹਾਂ ਉਹਨਾਂ ਨੂੰ। ਸਰ ਅਨਮਿਊਟ ਇੱਕ ਵਾਰੀ ਕਰ ਦਿਓ ਇਹਨਾਂ ਨੂੰ, ਕਿਸੇ ਨੇ ਕੁਝ ਪੁੱਛਣਾ ਹੈਗਾ, ਵਿੱਚ ਹੈਂਡ ਰੇਜ਼ ਸੀਗਾ, ਹੁਣ ਨਹੀਂ ਮੈਨੂੰ ਨਜ਼ਰ ਆ ਰਿਹਾ, ਤੁਸੀਂ ਦੇਖੋ ਜੇ ਤੁਹਾਨੂੰ ਕਿਤੇ ਨਜ਼ਰ ਆਉਂਦਾ। ਅਗਰ ਕਿਸੇ ਨੇ ਕੋਈ ਵੀ ਸਵਾਲ ਪੁੱਛਣਾ ਹੈ ਤਾਂ ਉਹ ਪੁੱਛ ਸਕਦਾ ਹੈ, 5-4 ਮਿੰਟ ਸਾਡੇ ਕੋਲ ਟਾਈਮ ਹੈਗਾ। ਸਰ ਕੋਈ ਹੈਂਡ ਰੇਜ਼ ਤਾਂ ਹੈ ਨਹੀਂ, ਫਿਰ ਆਪਾਂ ਇਹਨੂੰ ਸਮ ਅਪ ਕਰ ਦਈਏ ਬਸ। ਠੀਕ ਹੈ ਸਰ, ਜੇ ਤਾਂ ਸਹੀ ਲੱਗਦਾ। ਨਹੀਂ ਠੀਕ ਹੈ, ਫਿਰ ਜਦ ਕੋਈ ਹੈਂਡ ਰੇਜ਼ ਹੈ ਨਹੀਂ ਤੇ ਆਪਣਾ ਓਕੇ ਸਰ, ਓਕੇ ਜੀ, ਥੈਂਕ ਯੂ ਸਰ, ਸੋ ਨਾਈਸ ਆਫ ਯੂ, ਥੈਂਕ ਯੂ ਵੈਰੀ ਮਚ। ਸਾਰੇ ਸਟੂਡੈਂਟਸ ਦਾ ਬਹੁਤ ਬਹੁਤ ਧੰਨਵਾਦ। ਇੱਕ ਬਲਦੇਵ ਸਿੰਘ ਜੀ ਨੇ ਹੱਥ ਖੜਾ ਕੀਤਾ, ਪੁੱਛ ਲੈਂਦੇ ਆ ਸਾਰੇ ਨੂੰ। ਹਾਂਜੀ ਸਰ ਪੁੱਛੋ ਬਲਦੇਵ ਜੀ। ਬਲਦੇਵ ਸਿੰਘ ਜੀ ਪੁੱਛੋ ਤੁਸੀਂ ਆਪਣਾ ਕੁਐਸਚਨ ਜਿਹੜਾ ਪੁੱਛਣਾ ਚਾਹੁੰਦੇ ਹੋ। ਬਲਦੇਵ ਸਿੰਘ ਜੀ ਤੁਸੀਂ ਕੁਝ ਪੁੱਛਣਾ ਚਾਹੋ ਤਾਂ ਪੁੱਛ ਸਕਦੇ ਹੋ ਸਾਨੂੰ। ਹਾਂਜੀ ਸਰ, ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਸਵਾਲ ਤਾਂ ਪੁੱਛ ਸਕਦੇ ਹੋ ਤੁਸੀਂ। ਨਹੀਂ ਸਰ। ਠੀਕ ਹੈ, ਤੁਸੀਂ ਇਹਨੂੰ ਨੀਚੇ ਕਰ ਲਓ ਹੈਂਡ ਨੂੰ। ਓਕੇ ਮੇਰ ਸਰ, ਇੱਕ ਮਿੰਟ ਸਰ, ਲਾਸਟ ਵਾਲੀ ਮੈਂ ਰੱਖ ਰਿਹਾ, ਇੱਕ ਮਿੰਟ ਸਰ। ਠੀਕ ਹੈ, ਸਾਰੇ ਸਟੂਡੈਂਟਸ ਦਾ ਬਹੁਤ ਬਹੁਤ ਥੈਂਕਸ ਕਰਦਾ ਮੈਂ। ਫਿਰ ਵੀ ਜੇ ਕਿਸੇ ਨੇ ਕੋਈ ਵੀ ਸਵਾਲ ਪੁੱਛਣਾ ਹੋਏਗਾ ਤਾਂ ਮੇਰਾ ਮੋਬਾਈਲ ਨੰਬਰ ਹੈ ਲਾਸਟ ਸਕਰੀਨ ਤੇ ਦਿੱਤਾ ਹੋਇਆ, ਤਾਂ ਤੁਸੀਂ ਇਸ ਤੇ ਪੁੱਛ ਸਕਦੇ ਹੋ। ਥੈਂਕ ਯੂ ਸਰ। ਥੈਂਕ ਯੂ ਸਰ। ਓਕੇ ਜੀ। ਓਕੇ।